ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਕਥਾ ਵਾਰਤਾ ਚੱਲ ਰਹੀ ਹੈ। ਕੱਲ੍ਹ 23 ਪੌੜੀਆਂ ਤੱਕ ਕਥਾ ਹੋ ਗਈ ਸੀ। ਅੱਜ 24ਵੀਂ ਪੌੜੀ ਦੀ ਕਥਾ ਸ਼ੁਰੂ ਹੋ ਰਹੀ ਹੈ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਇਹ ਕਿਉਂ ਲਿਖਣਾ ਪਿਆ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ? ਕਿਉਂਕਿ ਕਈ ਗੁਰੂ ਹੁੰਦੇ ਨਹੀਂ, ਪਰ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੰਦੇ, ਰਾਈਟਰ ਹੁੰਦੇ ਨੇ, ਕਵੀ ਹੁੰਦੇ ਨੇ। ਹਾਂਜੀ, ਕਿਉਂਕਿ ਗੁਰੂ ਤੋਂ ਬਿਨਾਂ ਜੋ ਵੀ ਹੋਰ ਲਿਖਿਆ ਜਾ ਰਿਹਾ ਹੈ ਉਹ ਸਭ ਕੱਚਾ ਹੈ। ਸੋ ਗੁਰੂ ਦੀ ਬਾਣੀ ਹੀ ਪੱਕੀ ਗਿਣੀ ਗਈ ਹੈ। ਪੰਚਮ ਪਾਤਸ਼ਾਹ ਵੇਲੇ ਵੀ ਇਸ ਤਰ੍ਹਾਂ ਸੀ। ਉਹਨਾਂ ਦਾ ਆਪਣਾ ਭਤੀਜਾ ਮਿਹਰਬਾਨ, ਉਹ ਵੀ ਕਵਿਤਾ ਲਿਖਿਆ ਕਰਦਾ ਸੀ। ਉਹਨੇ ਹੇਠਾਂ ਨਾਨਕ ਲਿਖ ਦਿਆ ਕਰਨਾ। ਹਾਲਾਂਕਿ ਆਪ ਗੁਰੂ ਨਹੀਂ ਸੀ। ਨਾਨਕ ਸ਼ਬਦ ਦੀ ਵਰਤੋਂ ਗੁਰੂ ਨੂੰ ਅਧਿਕਾਰ ਸੀ, ਪਰ ਉਹਨੇ ਲਿਖਣਾ ਸ਼ੁਰੂ ਕਰਤਾ ਵੀ ਸਮਾਂ ਪਾ ਕੇ ਸਿੱਖਾਂ ਨੂੰ ਪਤਾ ਹੀ ਨਾ ਲੱਗੇ ਕਿ ਕਿਹੜੀ ਬਾਣੀ ਗੁਰੂਆਂ ਦੀ ਅਤੇ ਕਿਹੜੀ ਦੂਜੀ। ਪੰਜਵੇਂ ਪਾਤਸ਼ਾਹ ਨੇ ਤਾਂ ਫਿਰ ਪੱਕੇ ਤੌਰ 'ਤੇ ਪ੍ਰਬੰਧ ਹੀ ਕਰਤਾ ਨਾ। ਪਰ ਤੀਸਰੇ ਪਾਤਸ਼ਾਹ ਵੀ ਕਹਿ ਰਹੇ ਨੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਗੁਰੂ ਤੋਂ ਬਿਨਾਂ ਹੋਰ ਜਿੰਨੀ ਵੀ ਬਾਣੀ ਹੈ ਨਾ, ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਜਿੰਨੀ ਬਾਣੀ ਹੈ ਉਹ ਕੱਚੀ ਹੈ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ। ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਸਾਰੀ ਬਾਣੀ ਕੱਚੀ ਹੈ। ਹੋਰ ਕੱਚੀ ਬਾਣੀ, ਸਾਰੀ ਹੋਰ ਬਾਣੀ ਕੱਚੀ ਹੈ। ਕਹਿੰਦੇ ਕੱਚੇ, ਇਹਨੂੰ ਪੜ੍ਹਨਾ ਕਹਿੰਦੇ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਪੁਰਾਣੇ ਜ਼ਮਾਨੇ 'ਚ ਬਿਹਾਰੀ ਤੋਂ ਪਹਿਲਾਂ ਬਿੰਦੀ ਲੱਗਦੀ ਸੀ। ਅੱਜ ਕੱਲ੍ਹ ਬਿਹਾਰੀ ਤੋਂ ਬਾਅਦ 'ਚ ਬਿੰਦੀ ਲੱਗਦੀ ਹੈ। ਇਸ ਲਈ ਇਹ ਜੀ ਚੱਚੀ ਦੇ ਉੱਤੇ ਬਿੰਦੀ ਲੱਗੀ ਹੈ, ਬਿਹਾਰੀ ਦੇ ਨਾਲ ਬਿੰਦੀ ਸਮਝਣੀ ਹੈ। ਕੱਚੀ, ਕੱਚੀ ਦਾ ਮਤਲਬ ਕੱਚਿਆਂ ਨੇ। ਜਿਵੇਂ ਸਿੱਖੀ, ਸਿੱਖਾਂ ਨੇ। ਮਨਮੁਖੀ, ਮਨਮੁਖਾਂ ਨੇ। ਇਸ ਪ੍ਰਕਾਰ ਇਹ ਬਹੁਵਚਨ ਬਣਾਇਆ ਹੋਇਆ ਹੈ, ਕਿਉਂਕਿ ਬਾਣੀ ਕੱਚੀ ਹੈ। ਕੱਚੀ ਆਖ ਵਖਾਣੀ, ਕੱਚਿਆਂ ਨੇ ਹੀ ਬਾਣੀ ਲਿਖੀ ਹੋਈ ਹੈ। ਇਸ ਲਈ ਕਹਿੰਦੇ ਕੱਚੇ। ਜਿਹੜੇ ਉਹ ਕੱਚੀ ਬਾਣੀ ਨੂੰ ਪੜ੍ਹ ਰਹੇ ਨੇ ਉਹ ਵੀ ਕੱਚੇ, ਸੁਣਦੇ ਕੱਚੇ, ਅਤੇ ਜਿਹੜੇ ਇਸ ਕੱਚੀ ਬਾਣੀ ਨੂੰ ਸੁਣ ਰਹੇ ਉਹ ਵੀ ਕੱਚੇ, ਉਹ ਵੀ ਕੱਚੇ। ਕਿਉਂ? ਕੱਚੀ ਆਖ ਵਖਾਣੀ, ਕਿਉਂਕਿ ਬਾਣੀ ਕੱਚਿਆਂ ਨੇ ਲਿਖੀ ਹੋਈ ਹੈ। ਸੋ ਤਾਂ ਉਹ ਕਹਿੰਦੇ ਗੁਰੂ ਤੋਂ ਬਿਨਾਂ ਹੋਰ ਜਿਹੜੀ ਵੀ ਬਾਣੀ ਹੁੰਦੀ ਹੈ ਕੱਚੀ ਹੁੰਦੀ ਹੈ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਰਸਨਾ ਨਾਲ ਤਾਂ ਠੀਕ ਹੈ, ਹਰੀ ਹਰੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਕਹਿਆ ਕਛੂ ਨਾ ਜਾਣੀ, ਪਰ ਜੋ ਬਾਣੀ ਵਿੱਚ ਲਿਖਿਆ ਹੋਇਆ ਉਹਦੇ ਬਾਰੇ ਕੁਝ ਨਹੀਂ ਜਾਣਦੇ। ਉਹਦੇ ਬਾਰੇ ਕੁਝ ਨਹੀਂ ਜਾਣਦੇ। ਹੁਣ ਕਿਉਂ ਨਹੀਂ ਜਾਣਦੇ? ਚਿੱਤ ਜਿਨ ਕਾ ਹਿਰ ਲਿਆ ਮਾਇਆ। ਹਿਰ ਹੁੰਦਾ ਚੁਰਾ ਲੈਣਾ, ਚੋਰੀ ਕਰ ਲੈਣਾ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਜਿਹਦੇ ਚਿੱਤ ਨੂੰ, ਜਿਹਦੇ ਮਨ ਨੂੰ ਮਾਇਆ ਨੇ ਚੁਰਾ ਲਿਆ ਹੈ। ਬੋਲਣ ਪਏ ਰਵਾਣੀ। ਉਹ ਬਾਣੀ ਤਾਂ ਬੋਲਦੇ ਨੇ, ਪਰ ਉੱਤੋਂ 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 ਜਿਵੇਂ ਕਿ ਬੜੀ ਤੇਜ਼ ਬਾਣੀ ਪੜ੍ਹਦੇ ਨੇ। ਵਿਆਹ ਮੈਂ ਜੀ 20 ਮਿੰਟਾਂ 'ਚ ਨਿਤਨੇਮ ਕਰ ਲੈਣਾ, ਕੋਈ ਕਹਿੰਦਾ ਅੱਧੇ ਘੰਟੇ 'ਚ ਹੀ ਕਰ ਲੈਣਾ।
ਹੋਰ ਬਾਣੀ ਹੁੰਦਾ ਤੇਜ਼ ਤੇਜ਼ ਬੋਲੀ ਜਾਂਦਾ। ਸੋ ਤੇਜ਼ ਤੇਜ਼ ਬੋਲੀ ਜਾਂਦੇ ਨੇ। ਬਾਣੀ 'ਚ ਲਿਖਿਆ ਕੀ ਹੈ ਉਹਨਾਂ ਨੂੰ ਪਤਾ ਨਹੀਂ ਹੈ। ਕਿਉਂ? ਉਹਨਾਂ ਦਾ ਧਿਆਨ ਤਾਂ ਮਾਇਆ ਵੱਲ ਹੈ। ਉਹਨਾਂ ਦਾ ਮਾਇਆ ਨੇ ਚਿੱਤ ਨੂੰ ਚੁਰਾ ਲਿਆ ਹੈ। ਧਿਆਨ ਉਹਨਾਂ ਦਾ ਮਾਇਆ ਵੱਲ ਹੈ, ਇਸ ਲਈ ਫਟਾਫਟ ਉਹ ਕੱਚੀ ਬਾਣੀ ਪੜ੍ਹਦੇ ਰਹਿੰਦੇ ਨੇ। ਕਹੈ ਨਾਨਕ ਸਤਿ ਗੁਰੂ ਬਾਝੋਂ ਹੋਰ ਕੱਚੀ ਬਾਣੀ। ਸੋ ਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਜਿਹੜੀ ਵੀ ਬਾਣੀ ਹੈ, ਸਿੱਖਾਂ ਨੇ ਉਸਨੂੰ ਕੱਚੀ ਸਮਝਣਾ ਹੈ। ਸੋ ਬਾਣੀ ਪੜ੍ਹਨੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦਰਜ ਹੈ, ਇਹ ਪੱਕੀ ਬਾਣੀ ਗੁਰੂਆਂ ਦੀ ਬਾਣੀ ਹੈ, ਇਸ ਨੂੰ ਪੜ੍ਹਨਾ ਹੈ। ਕਿਉਂਕਿ ਗੁਰੂ ਗ੍ਰੰਥ ਤੋਂ ਬਾਅਦ ਜਿਹੜੀ ਬਾਣੀ ਹੈ ਸਿਰਫ ਦਸਮ ਪਾਤਸ਼ਾਹ ਦੀ ਹੋਰ। ਕਿਉਂਕਿ 6ਵੇਂ ਪਾਤਸ਼ਾਹ ਨੇ ਵੀ ਕੋਈ ਬਾਣੀ ਨਹੀਂ ਲਿਖੀ, 7ਵੇਂ ਨੇ ਵੀ ਨਹੀਂ ਲਿਖੀ, 8ਵੇਂ ਨੇ ਨਹੀਂ ਲਿਖੀ। ਇਹ 10ਵੇਂ ਪਾਤਸ਼ਾਹ ਨੇ ਲਿਖੀ, ਪਰ ਉਹਨਾਂ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਨਹੀਂ ਕੀਤੀ। ਹਾਲਾਂਕਿ ਉਹਨਾਂ ਨੇ ਆਪ ਹੀ 1706 ਈਸਵੀ 'ਚ ਦੁਬਾਰਾ ਗੁਰੂ ਗ੍ਰੰਥ ਸਾਹਿਬ ਲਿਖਵਾਇਆ, ਦਮਦਮਾ ਸਾਹਿਬ ਜਾ ਕੇ। 9ਵੇਂ ਪਾਤਸ਼ਾਹ ਦੀ ਬਾਣੀ ਤਾਂ ਉਹਨਾਂ ਦਰਜ ਕਰਤੀ ਗੁਰੂ ਗ੍ਰੰਥ ਸਾਹਿਬ, ਪਰ ਆਪਣੀ ਬਾਣੀ ਦੀ ਇੱਕ ਵੀ ਪੰਕਤੀ ਉਹਨਾਂ ਨੇ ਇਹਦੇ ਵਿੱਚ ਦਰਜ ਨਹੀਂ ਕੀਤੀ। ਕਿਉਂ ਨਹੀਂ ਕੀਤੀ, ਇਹ ਉਹੀ ਜਾਣਨ। ਬਾਕੀ ਤਾਂ ਫਿਰ ਅੰਦਾਜ਼ੇ ਹੋਣਗੇ, ਅੱਟਾ ਸੱਟਾ ਹੋਏਗਾ ਵੀ ਕਿਉਂ ਨਹੀਂ ਕੀਤੀ। ਉਹਨਾਂ ਨੇ ਆਪਣੀ ਬਾਣੀ ਕਿਉਂ ਨਹੀਂ ਦਰਜ ਕੀਤੀ, ਇਹ ਤਾਂ ਸਿਰਫ ਅਤੇ ਸਿਰਫ ਦਸਮ ਪਾਤਸ਼ਾਹ ਹੀ ਜਾਣਦੇ ਹਨ। ਹਾਂ, ਕੋਈ ਉਹਨਾਂ ਤੋਂ ਸਿੱਖ ਪ੍ਰਸ਼ਨ ਕਰਦਾ ਵੀ ਮਹਾਰਾਜ ਜੀ ਤੁਸੀਂ ਵੀ ਆਪਣੀ ਬਾਣੀ ਵਿੱਚ ਦਰਜ ਕਰ ਲਓ, ਤੁਸੀਂ ਕਿਉਂ ਨਹੀਂ ਦਰਜ ਕਰਦੇ? ਫਿਰ ਉਹ ਕੋਈ ਨਾ ਕੋਈ ਜਵਾਬ ਦਿੰਦੇ। ਪਰ ਕਿਸੇ ਨੇ ਇਤਿਹਾਸ 'ਚ ਕਿਤੇ ਨਹੀਂ ਆਉਂਦਾ ਵੀ ਕਿਸੇ ਸਿੱਖ ਨੇ ਪੁੱਛਿਆ ਹੋਵੇ ਅਤੇ ਗੁਰੂਆਂ ਨੇ ਦੱਸਿਆ ਵੀ ਅਸੀਂ ਇਸ ਲਈ ਨਹੀਂ ਕੀਤੀ। ਸੋ ਦਸਮ ਪਾਤਸ਼ਾਹ ਦੀ ਵੀ ਬਾਣੀ ਹੈ। ਸੋ ਕੁਝ ਉਹਨਾਂ ਦੀਆਂ ਬਾਣੀਆਂ ਬੜੀਆਂ ਪ੍ਰਸਿੱਧ ਨੇ। ਅਕਾਲ ਉਸਤਤ ਬਾਣੀ ਹੈ, ਬੜੀ ਪ੍ਰਸਿੱਧ ਹੈ। ਬਾਕੀ ਜਿਹੜੀ ਜਾਪ ਸਾਹਿਬ ਹੈ ਉਹ ਬੜੀ ਪ੍ਰਸਿੱਧ ਬਾਣੀ ਉਹਨਾਂ ਦੀ ਹੈ ਜੀ। ਸਵਈਏ ਨੇ, ਚੌਪਈ ਸਾਹਿਬ ਹੈ, ਆਮ ਲੋਕ ਇਹਨਾਂ ਨੂੰ ਪੜ੍ਹਦੇ ਨੇ। ਉਹ ਵੀ ਪੱਕੀ ਬਾਣੀ ਗਿਣੀ, ਕਿਉਂਕਿ ਦਸਮ ਪਾਤਸ਼ਾਹ ਦੀ ਲਿਖੀ ਹੋਈ। ਇਹੀ ਕਾਰਨ ਹੈ ਕਿ ਨਿਤਨੇਮ ਦੇ ਵਿੱਚ ਉਹ ਸ਼ਾਮਲ ਕੀਤੀ ਗਈ ਹੈ। ਜਦੋਂ 5 ਪਿਆਰਿਆਂ ਨੇ ਅੰਮ੍ਰਿਤ ਵੀ ਛਕਾਇਆ ਸੀ ਤਾਂ ਫਿਰ ਉਹੀ 5 ਬਾਣੀ ਦਾ ਪਾਠ ਕੀਤਾ ਗਿਆ ਸੀ, ਜਿਸ ਦੇ 5 ਬਾਣੀਆਂ 3 ਤੇ ਦਸਮ ਪਾਤਸ਼ਾਹ ਦੀਆਂ ਸਨ। ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ, ਆਨੰਦ ਸਾਹਿਬ ਤੀਸਰੇ ਪਾਤਸ਼ਾਹ ਦਾ, ਬਾਕੀ ਜਾਪ ਸਾਹਿਬ, ਸਵਈਏ ਅਤੇ ਚੌਪਈ ਸਾਹਿਬ, ਇਹ ਤਿੰਨੋਂ ਬਾਣੀ ਦਸਮ ਪਾਤਸ਼ਾਹ ਦੀਆਂ ਹਨ। ਇਸ ਲਈ ਦਸਮ ਪਾਤਸ਼ਾਹ ਦੀ ਬਾਣੀ ਵੀ ਪੱਕੀ, ਕਿਉਂਕਿ ਗੁਰੂਆਂ ਦੀ ਬਾਣੀ ਹੈ ਉਹ। ਇਸ ਲਈ ਸਿੱਖ ਨੇ ਇਹ ਦੇਖਣਾ ਕਿ ਗੁਰੂ ਤੋਂ ਬਿਨਾਂ ਜਿਹੜੀ ਹੋਰ ਕੋਈ ਬਾਣੀ ਵੀ ਹੈ, ਕੋਈ ਧਾਰਮਿਕ ਗੀਤ ਲਿਖਦਾ ਉਹ ਬਾਣੀ ਨਹੀਂ ਹੁੰਦੀ, ਭਾਵੇਂ ਸਿੱਖਿਆ ਇਹੀ ਦਿੱਤੀ ਗਈ ਹੋਵੇ। ਉਸ 'ਚ ਜੋ ਬਾਣੀ ਸਿੱਖਿਆ ਦਿੰਦੀ ਹੈ ਉਹੀ ਭਾਵੇਂ ਧਾਰਮਿਕ ਗੀਤ ਦੇ ਵਿੱਚ ਸਿੱਖਿਆ ਦਿੱਤੀ ਗਈ ਹੋਵੇ। ਜਿਵੇਂ ਸੰਤ ਮਹਾਤਮਾ ਜੋ ਦੀਵਾਨ ਲਾਉਂਦੇ ਨੇ, ਵਿੱਚ ਉਹ ਧਾਰਨਾ ਲਾਉਂਦੇ ਨੇ। ਉਹ ਧਾਰਨਾ ਉਹਨਾਂ ਦਾ ਆਪਣਾ ਬਣਾਇਆ ਹੋਇਆ ਉਹ ਗੀਤ ਹੁੰਦਾ, ਉਹ ਬਾਣੀ ਨਹੀਂ ਹੁੰਦੀ। ਉਹ ਬਾਣੀ ਨਹੀਂ ਹੁੰਦੀ। ਉਹ ਹਾਂ, ਉਹ ਬਾਣੀ ਦਾ ਭਾਵ ਉਹਦੇ ਵਿੱਚ ਹੁੰਦਾ ਵੀ ਆਮ ਲੋਕਾਂ ਨੂੰ ਸਮਝ ਆ ਜਾਏ। ਜੋ ਬਾਣੀ ਦਾ ਭਾਵ ਹੈ ਉਹ ਉਹਨਾਂ ਦੀ 2 ਲਾਈਨਾਂ 'ਚ ਹੁੰਦਾ, ਪਰ ਉਹਨਾਂ 2 ਲਾਈਨਾਂ ਨੂੰ ਕੋਈ ਬਾਣੀ ਨਹੀਂ ਕਹਿੰਦਾ, ਨਾ ਉਹ ਆਪ ਕਹਿਣ ਵੀ ਬਾਣੀ ਹੈ ਜੀ। ਉਹ ਤਾਂ ਧਾਰਨਾ ਲਾਉਂਦੇ ਨੇ, ਬਾਣੀ ਨੂੰ ਅੱਜ ਦੇ ਸ਼ਬਦਾਂ 'ਚ ਵਰਣਨ ਕਰਕੇ ਬੋਲਦੇ ਹਨ ਉਹ। ਇਸ ਲਈ ਇਹ ਨਹੀਂ ਕਹਿਣਾ ਚਾਹੀਦਾ ਵੀ ਮਹਾਂਪੁਰਖ ਕੱਚੀ ਬਾਣੀ ਪੜ੍ਹਦੇ ਹਨ। ਕੱਚੀ ਬਾਣੀ ਤਾਂ ਜੋ ਹੈ ਹੀ ਨਹੀਂ ਕੋਈ ਹੁਣ ਗੁਰੂ ਤੋਂ ਬਿਨਾਂ ਦਾ, ਉਹ ਬਾਣੀ ਨਹੀਂ ਕਹਿੰਦੇ। ਉਹ ਇਹ ਨਹੀਂ ਕਹਿੰਦੇ ਇਹ ਬਾਣੀ ਹੈ ਜੀ, ਉਹ ਤਾਂ ਕਹਿੰਦੇ ਇਹ ਧਾਰਮਿਕ ਗੀਤ ਹੈ। ਅਤੇ ਧਾਰਮਿਕ ਗੀਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗਾਏ ਜਾ ਸਕਦੇ ਨੇ। ਆਹ ਦੇਖੋ, ਜਿੰਨੇ ਵੀ ਨੇ ਢਾਡੀ ਇਹ ਵਾਰਾਂ ਗਾਉਂਦੇ ਨੇ, ਉਹ ਵਾਰਾਂ ਗੁਰੂਆਂ ਦੀਆਂ ਤਾਂ ਨਹੀਂ ਲਿਖੀਆਂ ਹੋਈਆਂ, ਕਵੀਆਂ ਦੀਆਂ ਵਾਰਾਂ ਲਿਖੀਆਂ ਹੋਈਆਂ ਨੇ। ਉਹ ਵਾਰਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਗਾਉਂਦੇ ਨੇ। ਇਸ ਲਈ ਕਈ ਵਾਰੀ ਬੱਚਿਆਂ ਦੇ ਮੁਕਾਬਲੇ ਹੁੰਦੇ ਨੇ, ਉਹ ਵੀ ਧਾਰਮਿਕ ਗੀਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਗਾਉਂਦੇ ਨੇ। ਧਾਰਮਿਕ ਗੀਤ ਗਾਉਣਾ ਮਨਾ ਨਹੀਂ ਹੈਗਾ, ਨਾ ਉਹ ਬਾਣੀ ਹੈ ਕੋਈ, ਉਹ ਧਾਰਮਿਕ ਗੀਤ ਨੇ, ਉਹ ਗੁਰੂ ਗ੍ਰੰਥ ਦੀ ਹਜ਼ੂਰੀ 'ਚ ਗਾਏ ਜਾ ਸਕਦੇ ਹਨ। ਕਈਆਂ ਨੂੰ ਉਂਝ ਹੀ ਸੰਤਾਂ ਮਹਾਤਮਾ ਐਲਰਜੀ ਹੁੰਦੀ ਹੈ,
ਕਹਿਣਗੇ ਜੀ ਇਹ ਸੰਤ ਕੱਚੀ ਬਾਣੀ ਗਾਉਂਦੇ। ਉਹਨੂੰ ਕਹਿ ਲੈ ਤੂੰ ਪਹਿਲਾਂ ਕੱਚੀ ਬਾਣੀ ਲਿਆ, ਕੋਈ ਕਿਤਾਬ ਐਸੀ ਲਿਆ ਜਿਸ 'ਚ ਕੱਚੀ ਬਾਣੀ ਲਿਖੀ ਹੋਈ ਹੈ ਵੀ ਉਸ ਗਾਉਂਦੇ ਨੇ। ਉਹ ਤਾਂ ਧਾਰਮਿਕ ਗੀਤ ਗਾਉਂਦੇ ਨੇ, ਅਤੇ ਧਾਰਮਿਕ ਗੀਤ ਕੋਈ ਵੀ ਗਾ ਸਕਦਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ। ਹਾਂ, ਉਂਝ ਜਿਹੜੀ ਬਾਣੀ ਹੈ ਉਹ ਗੁਰੂ ਤੋਂ ਬਿਨਾਂ ਸਿੱਖ ਨੂੰ ਕਹਿ ਬਾਕੀ ਸਾਰੀ ਕੱਚੀ ਬਾਣੀ ਹੈ। ਸੋ ਇਸ ਲਈ ਬਾਣੀ ਗੁਰੂ ਹੋਣ ਕਰਕੇ ਸਾਨੂੰ ਮੁਕਤੀ ਦਿੰਦੀ ਹੈ। ਬਾਣੀ ਨਾਲ ਵੀ ਮੁਕਤੀ ਮਿਲ ਸਕਦੀ ਹੈ, ਗੁਰਮੰਤਰ ਨਾਲ ਵੀ ਮਿਲ ਸਕਦੀ ਹੈ। ਕਿਸੇ ਨੂੰ ਬਾਣੀ ਨਹੀਂ ਪੜ੍ਹਨੀ ਹੁੰਦੀ, ਵਾਹਿਗੁਰੂ 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 ਕਰੀ ਜਾਓ ਤਾਂ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਕਿਸੇ 'ਤੇ ਕੋਈ ਬਾਣੀ ਹੀ ਪੜ੍ਹੀ ਜਾਂਦਾ ਹੈ, ਬਾਣੀ ਪੜ੍ਹੀ ਜਾਓ, ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਉਹਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੋ ਇਸ ਲਈ ਕਿਉਂਕਿ ਬਾਣੀ ਵੀ ਸੱਚਖੰਡ ਤੋਂ ਆਈ ਹੈ, ਅਤੇ ਜਿਹਨੇ ਗੁਰਮੰਤਰ ਦਿੱਤਾ ਗੁਰੂ ਉਹ ਵੀ ਸੱਚਖੰਡ ਤੋਂ ਆਏ ਨੇ। ਇਸ ਲਈ ਗੁਰਮੰਤਰ ਵੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਾ ਸਕਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਇਹ ਵੀ ਪਰਮਾਤਮਾ ਦੀ ਪ੍ਰਾਪਤੀ ਕਰਾ ਸਕਦੀ ਹੈ। ਇਹ ਆਪਣੀ ਰੁਚੀ ਹੁੰਦੀ ਹੈ। ਤੁਸੀਂ ਕਹੋਗੇ ਜੀ ਕੀ ਗੱਲ ਹੈ, ਕਿਸੇ ਦੀ ਬਾਣੀ 'ਚ ਰੁਚੀ ਹੁੰਦੀ ਹੈ, ਕਿਸੇ ਦੀ ਸਿਮਰਨ 'ਚ ਹੁੰਦੀ ਹੈ, ਅਜਿਹਾ ਕਿਉਂ ਹੈ? ਜਿਨ੍ਹਾਂ ਨੇ ਪਿਛਲੇ ਜਨਮ 'ਚ ਸਿਮਰਨ ਜ਼ਿਆਦਾ ਕੀਤਾ ਉਹਨਾਂ ਦੀ ਰੁਚੀ ਇਸ ਜਨਮ ਸਿਮਰਨ 'ਚ ਹੋ ਗਈ। ਜਿਹੜੇ ਪਿਛਲੇ ਜਨਮ 'ਚ ਬਾਣੀ ਜ਼ਿਆਦਾ ਪੜ੍ਹਦੇ ਰਹੇ ਉਹਨਾਂ ਦੀ ਰੁਚੀ ਬਾਣੀ 'ਚ ਹੋ ਗਈ। ਕਿਉਂਕਿ ਜੋ ਅਸੀਂ ਪਿਛਲੇ ਜਨਮ 'ਚ ਕਰਮ ਕਰਦੇ ਰਹੇ ਹਾਂ ਉਹਦੇ ਸੰਸਕਾਰ ਜਿਹੜੇ ਨੇ ਸਾਡੇ ਅੰਦਰ ਬਣ ਜਾਂਦੇ ਨੇ। ਹੁਣ ਮੰਨ ਲਓ ਇੱਕ ਬੰਦਾ ਹੈ ਪਿਛਲੇ ਜਨਮ ਦੇ ਵਿੱਚ ਚੋਰੀਆਂ ਕਰਦਾ ਰਿਹਾ, ਉਹ ਸੰਸਕਾਰ ਬਣ ਗਏ ਉਹਦੇ ਚੋਰੀ ਦੇ। ਉਹਨੂੰ ਚਾਹੇ ਗੁਰਦੁਆਰੇ 'ਚ ਵੀ ਨੌਕਰੀ ਲਾ ਦਿਓ ਉਹ ਤਾਂ ਵੀ ਉੱਥੇ ਵੀ ਚੋਰੀ ਕਰੇਗਾ, ਉੱਥੇ ਵੀ ਚੋਰੀ ਕਰੇਗਾ। ਕਿਉਂ? ਆਦਤ ਹੈ ਉਹਨੂੰ ਪਿਛਲੇ ਜਨਮਾਂ ਦੀ। ਸੋ ਪਿਛਲੇ ਜਨਮਾਂ ਦੇ ਕਰਮਾਂ ਦਾ ਜਿਹੜਾ ਪ੍ਰਭਾਵ ਹੈ ਇਹ ਮਨੁੱਖ 'ਤੇ ਰਹਿੰਦਾ ਹੈ। ਇਸ ਲਈ ਜਿਹੜੀ ਮੁਕਤੀ ਹੈ ਉਹ ਧਾਰਮਿਕ ਗੀਤ ਨਹੀਂ ਦਿੰਦੇ। ਬਾਣੀ ਨੂੰ ਧਾਰਮਿਕ ਗੀਤ ਬਣਾ ਕੇ ਲਿਖੀ ਜਾਓ, ਉਹ ਧਾਰਮਿਕ ਗੀਤ ਤੁਹਾਨੂੰ ਮੁਕਤੀ ਨਹੀਂ ਦੇਣਗੇ। ਮੁਕਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਇਹੀ ਤੁਹਾਨੂੰ ਮੁਕਤੀ ਦੇਵੇਗੀ। ਗੁਰੂਆਂ ਦੀ ਲਿਖੀ ਹੋਈ ਹੀ ਬਾਣੀ ਮੁਕਤੀ ਦੇਵੇਗੀ। ਭਾਵੇਂ ਕੋਈ ਕਵੀ ਲਿਖੀ ਜਾਂ ਧਾਰਮਿਕ ਗੀਤ ਲਿਖੀ ਜਾਵੇ, ਭਾਵ ਉਹਦਾ ਬਾਣੀ ਵਾਲਾ ਹੀ ਹੋਵੇ ਭਾਵੇਂ, ਪਰ ਉਹ ਸਾਨੂੰ ਉਹਦਾ ਗੀਤ ਸਾਨੂੰ ਮੁਕਤੀ ਨਹੀਂ ਦੇਗਾ। ਮੁਕਤੀ ਸਾਨੂੰ ਜਿਹੜੀ ਹੈ ਜਾਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਦੇਵੇਗੀ, ਕਿਉਂਕਿ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਕੱਲ੍ਹ ਪੜ੍ਹਿਆ ਸੀ ਕਿ ਨਹੀਂ ਵੀ ਸਤਿਗੁਰ ਬਿਨਾਂ ਮੁਕਤੀ ਨਹੀਂ ਮਿਲਦੀ, ਗੁਰੂ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ ਹੈਗਾ। ਸੋ ਗੁਰੂ ਗ੍ਰੰਥ ਸਾਹਿਬ ਭਾਵ ਗੁਰਬਾਣੀ ਜਿਹੜੀ ਹੈ ਸਾਡਾ ਗੁਰੂ ਹੈ। ਸੋ ਬਾਣੀ ਨੂੰ ਗੁਰੂ ਸਮਝਣਾ ਹੈ। ਅਤੇ ਜਿਵੇਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਿਆ ਕਰਦੇ ਸਨ ਸਿੱਖ 'ਤੇ, ਐਂ ਬਾਣੀ ਵੀ ਸਿੱਖ 'ਤੇ ਕਿਰਪਾ ਕਰਦੀ ਹੈ। ਇਹ ਤਾਂ ਸਿੱਖ ਨੇ ਦੇਖਣਾ ਪੜ੍ਹਦਾ ਕਿ ਨਹੀਂ ਪੜ੍ਹਦਾ ਹੈ। ਸਿਆਣੇ ਕਹਿੰਦੇ ਜਿੰਨਾ ਗੁੜ ਪਾਈਏ ਓਨੇ ਮਿੱਠਾ ਹੁੰਦਾ ਹੈ। ਅਸੀਂ ਗੁੜ ਥੋੜ੍ਹਾ ਪਾਉਂਦੇ, ਮਿੱਠਾ ਜ਼ਿਆਦਾ ਭਾਲਦੇ ਹਾਂ। ਤਾਂ ਇਹ ਪੰਜਾਬੀ ਕਹਿੰਦੇ ਥੁੱਕੀ ਵੜੇ ਨਹੀਂ ਪੱਕਦੇ। ਜੇ ਕੋਈ ਥੁੱਕੀ ਵੜੇ ਪਕਾਉਣੇ 'ਚ ਨਹੀਂ ਪੱਕਦੇ ਉਹ ਤੇਲ 'ਚ ਹੀ ਪੱਕਣਗੇ। ਤਾਂ ਤੇਲ 'ਚ ਕਹਿੰਦੇ ਹੱਥਾਂ 'ਤੇ ਸਰੋਂ ਨਹੀਂ ਜੰਮਦੀ, ਮਿੱਟੀ ਜੰਮੇਗੀ ਨਾ। ਇਸ ਲਈ ਜਿਹੜੀ ਮੁਕਤੀ ਹੈ ਉਹ ਬਾਣੀ ਨੇ ਹੀ ਦੇਣੀ ਹੈ। ਤਾਂ ਉਹਨਾਂ ਦੱਸਿਆ ਵੀ ਗੁਰੂ ਤੋਂ ਬਿਨਾਂ ਹੋਰ ਜਿਹੜੀ ਵੀ ਕੋਈ ਬਾਣੀ ਹੈ ਉਹ ਹੈਗੀ ਕੱਚੀ, ਅਤੇ ਕੱਚੀ ਬਾਣੀ ਨੇ ਤੁਹਾਨੂੰ ਮੁਕਤੀ ਨਹੀਂ ਦੇਣੀ। ਇਸ ਲਈ ਜਦੋਂ ਵੀ ਪੜ੍ਹਨੀ ਹੈ ਗੁਰਬਾਣੀ ਪੜ੍ਹਨੀ ਬਸ। ਅੱਗੇ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਗੁਰ ਕਾ ਸ਼ਬਦ ਰਤਨ ਹੈ, ਗੁਰੂ ਦਾ ਸ਼ਬਦ ਭਾਵ ਗੁਰਬਾਣੀ ਇਹ ਰਤਨ ਹੈ। ਕਿ ਕਿਹੋ ਜਿਹਾ ਰਤਨ ਹੈ? ਹੀਰੇ ਜਿਤ ਜੜਾਓ, ਜਿਵੇਂ ਹੀਰਿਆਂ ਨਾਲ ਜੜਿਆ ਹੋਵੇ। ਜਿਵੇਂ ਕੋਈ ਚੀਜ਼ ਹੀਰਿਆਂ ਨਾਲ ਜੜੀ ਹੋਵੇ ਤਾਂ ਬੜੀ ਕੀਮਤੀ ਹੁੰਦੀ ਨਾ,
ਐਂ ਗੁਰੂ ਦਾ ਸ਼ਬਦ ਕੀਮਤੀ ਹੁੰਦਾ ਹੈ। ਇੱਕ ਸ਼ਬਦ ਕੀਮਤੀ ਹੈ, ਇੱਕ ਪੰਗਤੀ ਕੀਮਤੀ ਹੈ। ਇੱਕ ਪੰਗਤੀ ਨਾਲ ਵੀ ਬੜੀ ਵੱਡੀਆਂ ਪ੍ਰਾਪਤੀਆਂ ਹੋ ਜਾਂਦੀਆਂ ਹਨ। ਇਸ ਲਈ ਗੁਰੂ ਦੇ ਸ਼ਬਦ ਨੂੰ ਰਤਨ ਕਿਹਾ ਗਿਆ ਹੈ। ਨਿਰਾ ਰਤਨ ਨਹੀਂ ਕਿਹਾ, ਹੀਰੇ 'ਚ ਚਿੜਾਓ, ਜਿਵੇਂ ਹੀਰਿਆਂ ਨਾਲ ਜੜੀ ਹੋਈ ਚੀਜ਼ ਹੋਵੇ ਕੋਈ, ਇਸ ਤਰ੍ਹਾਂ ਕੀਮਤੀ ਹੈ। ਸ਼ਬਦ ਰਤਨ ਜਿਤ ਮਨ ਲੱਗ, ਜਿਹਦਾ ਮਨ ਲਿਖਿਆ ਮਨ ਹੈ, ਪੜ੍ਹਨਾ ਮਨ, ਮਨ ਨਾ ਮਨ, ਇਸ ਤਰ੍ਹਾਂ ਪੜ੍ਹਨਾ। ਇਹ ਸ਼ਬਦ ਦੇ ਨਾਲ ਜਿਹਦਾ ਮਨ ਜੁੜ ਗਿਆ, ਸ਼ਬਦ ਨਾਲ ਮਨ ਜੁੜਨਾ ਵੀ ਜ਼ਰੂਰੀ ਹੈ। ਕਈ ਵਾਰ ਕਹਿੰਦੇ ਜੀ ਧਿਆਨ ਇੱਧਰ ਉੱਧਰ ਜਾਂਦਾ ਜੀ। ਕਿਉਂ ਜਾਂਦਾ ਜੀ? ਕਿਉਂਕਿ ਰੁਚੀ ਨਹੀਂ ਹੈ, ਹੋਰ ਕੁਝ ਵੀ ਨਹੀਂ। ਰੁਚੀ ਨਹੀਂ ਹੈ। ਜਿਸ ਕੰਮ 'ਚ ਸਾਡੀ ਰੁਚੀ ਨਾ ਹੋਵੇ, ਨਾ ਤਾਂ ਉਹ ਕੰਮ ਕਰਨ ਦਾ ਕੋਈ ਸਵਾਦ ਆਉਂਦਾ ਹੈ। ਇਹ ਬੱਧਾ ਚੱਟੀ ਜੋ ਪਰੇ, ਉਹਦਾ ਨਾ ਗੁਣ ਨਾ ਉਪਕਾਰ। ਬੱਧਾ ਰੁੱਝਾ ਕਰ ਰਿਹਾ ਹੈ, ਮਜਬੂਰੀ 'ਚ ਕਰ ਰਿਹਾ। ਹੁਣ ਮੰਨ ਲਓ ਕੋਈ ਬੱਚਾ ਆ ਜਾਂਦਾ, ਮੈਂ ਜੀ ਕਨੇਡਾ ਜਾਣਾ, ਮੈਂ ਉਹਨੂੰ ਕਹਿੰਦਾ ਆਹ ਪਾਠ ਕਰ, ਫਿਰ ਤੇਰਾ ਕੰਮ ਬਣ ਜਾਏਗਾ। ਉਹ ਹੁਣ ਉਹਦੀ ਰੁਚੀ ਤਾਂ ਹੈ ਨਹੀਂ। ਕਨੇਡਾ ਤਾਂ ਜਾਣਾ ਚਾਹੁੰਦਾ ਹੈ, ਲੇਬਰ ਵੀ 14 ਘੰਟੇ ਉੱਥੇ ਜਾ ਕੇ ਕਰ ਲਏਗਾ, ਪਰ ਬਾਣੀ 'ਚ ਰੁਚੀ ਨਾ ਹੋਣ ਕਰਕੇ ਉਹਦੀ ਕੋਸ਼ਿਸ਼ ਹੁੰਦੀ ਹੈ ਇਹਨੂੰ ਕੋਈ ਹੋਰ ਹੀ ਘਰ ਦਾ ਜੀ ਪੜ੍ਹ ਲੈ। ਕਨੇਡਾ ਮੈਂ ਚਲਾ ਜਾਵਾਂ, ਬਾਣੀ ਇਹ ਪੜ੍ਹੇ। ਬਹੁਤ ਘੱਟ ਨੇ ਮੁੰਡੇ ਜਿਹੜੇ ਆਪ ਪੜ੍ਹਦੇ, ਕੁੜੀਆਂ ਤਾਂ ਪੜ੍ਹ ਲੈਂਦੇ ਕਈ ਵਾਰੀ, ਇਸ ਲਈ ਉਹ ਨਾਲ ਮਾਵਾਂ ਨੂੰ ਲੈ ਕੇ ਆਉਂਦੇ ਨੇ। ਮੁੰਡੇ ਆਪ ਸਿਰਫ ਉਹੀ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਵੀ ਬਾਬਾ ਜੀ ਨੇ ਬਾਣੀ ਦੇਣੀ ਹੈ। ਜਿਨ੍ਹਾਂ ਨੂੰ ਤਾਂ ਬਾਣੀ ਪੜ੍ਹਨੀ ਆਉਂਦੀ ਜਾਂ ਰੁਚੀ ਹੈ, ਉਹ ਤਾਂ ਇਕੱਲੇ ਹੀ ਆ ਜਾਂਦੇ ਨੇ। ਅਤੇ ਜਿਹਨੇ ਪਤਾ ਵੀ ਮੈਂ ਤਾਂ ਪਾਠ ਕਰਨਾ ਕੋਈ ਨਹੀਂ, ਉਹ ਆਪਣੀ ਮਾਂ ਜਾਂ ਭੈਣ ਨੂੰ ਨਾਲ ਲੈ ਆਉਂਦੇ ਨੇ। ਮੈਂ ਪਾਠ ਮੁੰਡੇ ਨੂੰ ਦੇ ਰਿਹਾ, ਕੋਲੋਂ ਮਾਂ ਬੋਲਦੀ ਹੈ, ਮੈਂ ਕਰ ਲਿਆ ਕਰਾਂ ਜੀ। ਮੈਨੂੰ ਪਤਾ ਹੈ ਵੀ ਇਹਦਾ ਮੁੰਡਾ ਤਾਂ ਹੈਗਾ ਨਲਾਇਕ, ਅਤੇ ਨਲਾਇਕਾਂ ਨੂੰ ਬਾਹਰ ਜਾਣਾ ਹੀ ਠੀਕ ਰਹਿੰਦਾ। ਜਿੰਨੇ ਨਲਾਇਕ ਨੇ ਸਾਰੇ ਭੇਜ ਦਿਓ ਬਾਹਰ, ਆਪੇ ਲੱਗੇ ਰਹਿਣਗੇ ਕੰਮ 'ਚ, ਕੁਛ ਤਾਂ ਕਮਾਉਣਗੇ, ਆਪਣੇ ਜੋਗਾ ਤਾਂ ਕਮਾ ਲੈਣਗੇ। ਇੱਥੇ ਤੁਹਾਡਾ ਖਾਈ ਜਾਂਦੇ ਨੇ, ਇੱਥੇ ਕੰਮ ਕੋਈ ਨਹੀਂ ਕਰਦੇ ਤੁਹਾਡਾ ਖਾਈ ਜਾਂਦੇ ਨੇ। ਮਗਰੋਂ ਲਓ ਉਹਨਾਂ ਨੂੰ 10-15 ਲੱਖ ਰੁਪਏ ਖਰਚ ਕਰਕੇ ਜਾਓ ਅਤੇ ਲੱਗੇ ਰਹੋ। ਹੁਣ ਆਪਣੇ ਕੰਮ ਕਰੀ ਜਾਓ ਅਤੇ ਖਾਈ ਜਾਓ। ਕਰਦੇ ਤੁਹਾਡਾ ਤਾਂ ਖੜਾ ਛੁੱਟਿਆ। ਰੋਜ਼ ਉਹਦੀ ਲੜਾਈ ਖਤਮ ਹੋਈ। ਜਿੰਨਾ ਦੂਰ ਹੋਏਗਾ ਫਿਰ ਬੇਬੇ ਬਾਪੂ ਨੂੰ ਯਾਦ ਵੀ ਕਰੇਗਾ ਕਦੇ ਫੋਨ 'ਤੇ, ਪਰ ਸ਼ੁਰੂ 'ਚ ਹੀ ਕਰੇਗਾ। ਫਿਰ ਉੱਥੇ ਇੰਨਾ ਕੰਮ ਹੁੰਦਾ ਕਿ ਸਿਰ ਕੁਰਕਣ ਦੀ ਵਿਹਲ ਨਹੀਂ ਹੁੰਦੀ। ਫਿਰ ਕੋਈ ਮਾਂ ਇਸ ਵੇਲੇ ਨਾ ਕਰਿਆ ਕਰ, ਮੈਂ ਕੰਮ 'ਤੇ ਹਾਂ। ਥੱਕਿਆ ਟੁੱਟਿਆ ਆਉਂਦਾ ਮਾਂ ਨੂੰ ਫਿਰ ਵੀ ਟੈਲੀਫੋਨ ਨਹੀਂ ਕਰ, ਮਾਂ ਉਡੀਕਦੇ ਨੇ ਹੁਣ ਕਰੂ। ਖੈਰ ਤਾਂ ਸਮਝਾਇਆ ਗੁਰੂ ਮਹਾਰਾਜ, ਇਹ ਜਿਹੜਾ ਸ਼ਬਦ ਹੈ ਬਾਣੀ ਹੈ ਨਾ, ਇਹ ਲੋਕਾਂ ਨੂੰ ਮਹਿਮਾ ਦਾ ਹੀ ਨਹੀਂ ਪਤਾ। ਜਿਨ੍ਹਾਂ ਨੂੰ ਮਹਿਮਾ ਦਾ ਪਤਾ, ਕਹਿੰਦੇ ਜਿਹੜੇ ਸ਼ਬਦ ਹੈ ਨਾ ਗੁਰੂ ਦਾ ਸ਼ਬਦ, ਇਹ ਤਾਂ ਐਂ ਜਿਵੇਂ ਹੀਰਿਆਂ ਨਾਲ ਜੜੇ ਹੋਏ ਚੀਜ਼ ਹੋਵੇ। ਹੀਰਿਆਂ ਨਾਲ ਕੋਈ ਜੜੀ ਹੋਈ ਚੀਜ਼ ਕਿੰਨੀ ਕੀਮਤੀ ਹੁੰਦੀ ਹੈ। ਇਸ ਲਈ ਇਹ ਬਾਣੀ ਬਹੁਤ ਕੀਮਤੀ ਹੈ, ਇਹ ਮੁਲਕ ਹੈ। ਸ਼ਬਦ ਰਤਨ ਜਿਤ ਮਨ ਲੱਗਾ, ਜਿਹਦਾ ਮਨ ਇਸ ਸ਼ਬਦ ਨਾਲ ਜੁੜ ਗਿਆ ਨਾ, ਇਹ ਹੋਆ ਸਮਾਉ। ਇਸ ਮਨ ਨੇ ਉਸ ਦੇ ਵਿੱਚ ਸਮਾਂ ਪਾ ਕੇ ਲੀਨ ਹੋ ਜਾਣਾ। ਸਮਾਉ ਮੈਨੇ ਸਮਾ ਜਾਣਾ, ਲੀਨ ਹੋ ਜਾਣਾ। ਜਿਹਦਾ ਵੀ ਮਨ ਬਾਣੀ ਨਾਲ ਜੁੜ ਗਿਆ, ਇੱਕ ਦਿਨ ਉਹਨੇ ਗੁਰੂ ਦੇ ਵਿੱਚ ਹੀ ਲੀਨ ਹੋ ਜਾਣਾ। ਬਾਣੀ ਗੁਰੂ ਹੈ, ਗੁਰੂ ਦੇ ਵਿੱਚ ਹੀ ਲੀਨ ਹੋ ਜਾਏ, ਉਹਦੇ ਰੂਪ ਹੋ ਜਾਏਗਾ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਵ ਹੁੰਦਾ ਪਿਆਰ। ਸ਼ਬਦ ਸੇਤੀ ਮਨ ਮਿਲਿਆ, ਜਿਹਦਾ ਗੁਰੂ ਦੇ ਸ਼ਬਦ ਨਾਲ ਮਨ ਮਿਲ ਗਿਆ ਨਾ, ਸੱਚੇ ਲਾਇਆ ਭਾਵ, ਫਿਰ ਪਰਮਾਤਮਾ ਉਹਦੇ ਅੰਦਰ ਪਿਆਰ ਪੈਦਾ ਕਰ ਦਿੰਦਾ ਹੈ। ਪਰਮਾਤਮਾ ਸੱਚਾ, ਪਰਮਾਤਮਾ ਨੇ ਲਾਇਆ ਭਾਉ। ਇੱਕ ਹੁੰਦਾ ਭਾਉ, ਭੱਬਾ ਉੜਨੋਂ ਕਰ, ਭਾਉ ਹੁੰਦਾ ਡਰ। ਇੱਕ ਹੈ ਭੱਬੇ ਨੂੰ ਕਰਨਾ ਭਾਉ, ਉਹ ਹੁੰਦਾ ਪਿਆਰ। ਸੱਚਾ ਪਰਮਾਤਮਾ ਨੇ ਉਹਦੇ ਅੰਦਰ ਫਿਰ ਪਿਆਰ ਪਾ ਦਿੰਦਾ ਬਾਣੀ ਨਾਲ। ਪਰਮਾਤਮਾ ਉਹਦੇ ਅੰਦਰ ਪਿਆਰ ਪੈਦਾ ਕਰ ਦਿੰਦਾ ਹੈ। ਫਿਰ ਉਹਦਾ ਜਿਹੜਾ ਮਨ ਹੈ ਇਹ ਬਾਣੀ ਨਾਲ ਜੁੜ ਜਾਂਦਾ ਹੈ।
ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਬੁਝਾਏ ਤਾਂ ਸੋਝੀ ਦੇਣਾ। ਜਿਸ ਨੂੰ ਵੀ ਪਰਮਾਤਮਾ ਸੋਝੀ ਦੇ ਦਿੰਦਾ ਨਾ, ਉਹਨੂੰ ਪਤਾ ਲੱਗਦਾ ਪਰਮਾਤਮਾ ਹੀ ਹੀਰਾ ਹੈ, ਪਰਮਾਤਮਾ ਹੀ ਰਤਨ ਹੈ। ਪਰਮਾਤਮਾ ਹੀ ਹੀਰਾ ਹੈ, ਪਰਮਾਤਮਾ ਹੀ ਰਤਨ ਹੈ, ਪਰ ਪਰਮਾਤਮਾ ਹੀ ਇਹ ਬਾਣੀ ਹੈ, ਪਰਮਾਤਮਾ ਹੀ ਨਾਮ ਹੈ। ਉਹ ਜਿਹਨੂੰ ਸੋਝੀ ਦੇ ਦਿੰਦਾ ਉਹਨੂੰ ਸਮਝ ਆ ਜਾਂਦੀ ਹੈ ਵੀ ਉਹ ਇਹ ਬਾਣੀ ਦੇ ਜੋ ਤਾਂ ਪਰਮਾਤਮਾ ਬੈਠਾ ਹੈ, ਇਸ ਬਾਣੀ ਦੇ ਗੁਰੂ ਹੈ। ਉਹੀ ਤਾਂ ਪਰਮਾਤਮਾ ਸੱਚਖੰਡ 'ਚ ਵੀ ਬੈਠਾ ਹੈ, ਪਰਮਾਤਮਾ ਸਾਰਿਆਂ ਦੇ ਵਿੱਚ ਵੀ ਬੈਠਾ ਹੈ। ਹਰ ਇੱਕ ਦੇ ਵਿੱਚ ਪਰਮਾਤਮਾ ਹੈ, ਚਾਹੇ ਜਾਨਦਾਰ ਚੀਜ਼ ਹੈ ਚਾਹੇ ਬੇਜਾਨ ਹੈ। ਸਾਇੰਸ ਅਨੁਸਾਰ ਕੋਈ ਚੀਜ਼ ਬੇਜਾਨ ਨਹੀਂ ਹੈ। ਸਾਇੰਸ ਕਹਿੰਦੀ ਹਰ ਇੱਕ ਚੀਜ਼ ਦੇ ਵਿੱਚ ਜਾਨ ਹੈ। ਪੱਥਰਾਂ 'ਚ ਵੀ ਜਾਨ ਹੈ। ਪੱਥਰ ਵੀ ਵੱਡੇ ਛੋਟੇ ਹੁੰਦੇ ਰਹਿੰਦੇ, ਜਿਵੇਂ ਬੱਚਾ ਕੱਦ ਕਰਦਾ ਨਾ, ਐਂ ਪੱਥਰ ਵੀ ਵੱਧਦੇ ਰਹਿੰਦੇ ਨੇ। ਅਤੇ ਸਮਾਂ ਪਾ ਕੇ ਜਿਵੇਂ ਬੰਦਾ ਬੁੱਢਾ ਹੋ ਜਾਂਦਾ ਨਾ, ਫਿਰ ਢਲਣਾ ਸ਼ੁਰੂ ਹੋ ਜਾਂਦਾ, ਐਂ ਪੱਥਰ ਵੀ ਘਟਦੇ ਰਹਿੰਦੇ ਨੇ। ਹਰ ਇੱਕ ਚੀਜ਼ ਦੇ ਵਿੱਚ ਜਾਨ ਹੈ। ਨਹੀਂ ਤਾਂ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਮਿੱਟੀ 'ਚ ਵੀ ਜਾਨ ਹੈ, ਦਰਖਤਾਂ 'ਚ ਵੀ ਜਾਨ ਹੈ। ਆਪਣਾ C.V. ਰਮਨ ਹੋਏ ਨੇ, ਭਾਰਤ ਦੇ ਬਹੁਤ ਵੱਡੇ ਜਿਹੜੇ ਸਾਇੰਸਦਾਨ, ਉਹਨਾਂ ਕਿਹਾ ਹਰ ਇੱਕ ਚੀਜ਼ ਜਾਨ ਹੈ। ਮਿੱਟੀ 'ਚ ਵੀ ਜਾਨ ਹੈ, ਦਰਖਤਾਂ ਦੇ ਵਿੱਚ ਵੀ ਜਾਨ ਹੈ। ਜਿਵੇਂ ਆਪਾਂ ਨੂੰ ਦੁੱਖ ਹੁੰਦਾ ਹੈ, ਦਰਖਤਾਂ ਨੂੰ ਵੀ ਦੁੱਖ ਹੁੰਦਾ ਹੈ। ਜਦ ਤੁਸੀਂ ਦਰਖਤ ਵੱਢਦੇ ਹੋ, ਉਹਨਾਂ ਨੂੰ ਤਕਲੀਫ ਹੁੰਦੀ ਹੈ, ਉਹਨਾਂ ਨੂੰ ਦਰਦ ਹੁੰਦਾ, ਉਹ ਮਹਿਸੂਸ ਕਰਦੇ ਨੇ। ਤੁਸੀਂ ਦਰਖਤਾਂ ਨੂੰ ਗੀਤ ਸੁਣਾਓ, ਦਰਖਤ ਖੁਸ਼ ਹੋ ਜਾਂਦੇ ਨੇ। ਮੈਂ ਕਈ ਕਿਸਾਨ ਮੇਰੇ ਕੋਲ ਆਉਂਦੇ ਨੇ, ਮੈਂ ਤੁਸੀਂ ਮੋਬਾਈਲ 'ਤੇ ਨਾ ਸ਼ਬਦ ਲਾ ਲਿਆ ਕਰੋ ਸ਼ਾਮ ਨੂੰ, ਇੱਕ ਗੇੜਾ ਆਪਣੇ ਖੇਤ ਦਾ ਲਾਓ, ਕੀਰਤਨ ਆਪਣੇ ਮੋਬਾਈਲ 'ਤੇ ਲਾ ਲਓ, ਆਪਣੇ ਖੇਤ ਦੇ ਆਲੇ ਦੁਆਲੇ ਇੱਕ ਗੇੜਾ ਲਾਓ, ਨਾਲੇ ਤੁਹਾਡੀ ਸੈਰ ਹੋ ਜਾਏਗੀ, ਨਾਲੇ ਉਹ ਕੀਰਤਨ ਤੁਹਾਡੀ ਫਸਲ ਸੁਣੇਗੀ, ਉਹ ਤੁਹਾਡੀ ਫਸਲ ਖੁਸ਼ ਹੋ ਜਾਏਗੀ। ਫਸਲ ਦੋ ਚੀਜ਼ਾਂ 'ਤੇ ਖੁਸ਼ ਹੁੰਦੀ ਹੈ, ਇੱਕ ਮਾਲਕ ਨੂੰ ਵੇਖ ਕੇ ਤੁਸੀਂ ਕਹੋ ਜੀ ਇਹ ਬੂਟਿਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ, ਵੀ ਕੀ ਦਰਖਤਾਂ ਦੀਆਂ ਅੱਖਾਂ ਲੱਗੀਆਂ ਨੇ, ਮਾਲਕ ਹੈ ਕਿ ਨੌਕਰ ਹੈ? ਹਾਂ, ਸਭ ਕੁਝ ਲੱਗਾ ਹੋਇਆ ਹੈ। ਨੌਕਰ ਖੇਤ 'ਚ ਜਾਏਗਾ, ਤੁਸੀਂ ਕਿੰਨੀ ਵਧੀਆ ਨੌਕਰਾਣੀ ਰੱਖ ਲਓ ਬੱਚਾ ਸਾਂਭਣ ਲਈ, ਧਿਆਨ ਦੇਣਾ। ਭਾਵੇਂ ਕਿੰਨੇ ਵੀ ਪਿਆਰ ਨਾਲ ਬੱਚੇ ਨੂੰ ਸਾਂਭੇ, ਪਰ ਜਿਉਂ ਹੀ ਮਾਂ ਬਾਹਰੋਂ ਆਵੇਗੀ ਨਾ ਡਿਊਟੀ ਤੋਂ, ਬੱਚਾ ਵੇਖ ਕੇ ਇੱਕਦਮ ਭੱਜ ਲੇਗਾ ਮਾਂ ਵਾਲੇ ਪਾਸੇ, ਭੱਜੇਗਾ ਨਹੀਂ ਮਾਂ ਵਾਲੇ ਪਾਸੇ, ਮੰਮਾ ਆ ਗਈ। ਹਾਲਾਂਕਿ ਨੌਕਰਾਣੀ ਵੀ ਬੜਾ ਪਿਆਰ ਕਰਦੀ ਸੀ, ਨਹੀਂ, ਉਹ ਨੌਕਰਾਣੀ ਹੈ, ਉਹ ਮਾਂ ਹੈ। ਮਾਲਕ ਜਦੋਂ ਖੇਤ ਜਾਂਦਾ, ਖੇਤ ਖੁਸ਼ ਹੋ ਜਾਂਦਾ ਹੈ। ਅਤੇ ਜਦੋਂ ਤੁਸੀਂ ਫਸਲ ਨੂੰ ਗੀਤ ਸੁਣਾਉਂਦੇ ਹੋ, ਫਸਲ ਨੂੰ ਕੀਰਤਨ ਸੁਣਾਉਂਦੇ ਹੋ, ਉਹਦਾ ਝਾੜ ਵੱਧ ਜਾਂਦਾ, ਉਹਦਾ ਝਾੜ ਵੱਧ ਜਾਂਦਾ। ਸੋ ਇਸ ਲਈ ਜਿਹੜੇ ਕੋਈ ਸੁਣ ਰਹੇ ਖੇਤੀਬਾੜੀ ਕਰਦੇ ਨੇ, ਉਹ ਤਜਰਬਾ ਕਰਕੇ ਵੇਖ ਸਕਦੇ ਨੇ। ਚੌਲ ਬੀਜੇ ਹੋਏ ਨੇ ਉਹਨਾਂ ਨੇ, ਦੇਖ ਲਓ ਤਜਰਬਾ ਕਰਕੇ, ਜੇ ਨਾ ਪਿਛਲੇ ਸਾਲ ਨਾਲੋਂ ਝਾੜ ਵੱਧ ਜੇ। ਪਰ ਜਾਏ ਕੌਣ? ਜਾਣਾ ਹੀ ਔਖਾ ਹੈ, ਘਰ ਹੀ ਬੈਠੇ ਠੀਕ ਹੈ। ਧਾਰ ਵੀ ਭਈਏ ਚੋ ਰਹੇ ਨੇ, ਅਤੇ ਡੰਗਰਾਂ ਨੂੰ ਵੀ ਸਾਂਭ ਰਹੇ ਨੇ, ਅਤੇ ਡੰਗਰ ਵਿਚਾਰੇ ਉਡੀਕ ਕਦੇ ਸਾਡਾ ਮਾਲਕ ਵੀ ਆਵੇ, ਕਦੇ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਜਿਸ ਨੂੰ ਪਰ ਬੁਝਾਏ ਸੋਝੀ। ਜਿਸ ਨੂੰ ਪਰਮਾਤਮਾ ਸੋਝੀ ਦਿੰਦਾ ਨਾ, ਫਿਰ ਉਹਨੂੰ ਪਤਾ ਲੱਗਦਾ ਪਰਮਾਤਮਾ ਆਪ ਹੀ ਹੀਰਾ ਹੈ, ਆਪ ਹੀ ਰਤਨ ਹੈ, ਕਿਉਂਕਿ ਹਰ ਇੱਕ ਦੇ ਵਿੱਚ ਬੈਠਾ ਹੋਇਆ। ਇਸ ਲਈ ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾ। ਇਹ ਗੁਰੂ ਦੇ ਜਿਹੜਾ ਸ਼ਬਦ ਹੈ, ਇਹ ਰਤਨ ਦੀ ਨਹੀਂ ਹੈ। ਇਸ ਤਰ੍ਹਾਂ ਜਿਵੇਂ ਹੀਰਿਆਂ ਨਾਲ ਜੜਿਆ ਹੋਇਆ ਹੋਵੇ। ਮਹਾਨਤਾ ਦੱਸੀ ਸ਼ਬਦ ਦੀ, ਬਾਣੀ ਦੀ ਮਹਾਨਤਾ ਦੱਸੀ ਵੀ ਕਿੰਨੀ ਬਾਣੀ ਕੀਮਤੀ ਹੈ, ਕਿੰਨੀ ਅਮੋਲਕ ਹੈ। ਇਸ ਲਈ ਆਪਣੀ ਫਸਲ ਨੂੰ ਬਾਣੀ ਸੁਣਾਇਆ ਕਰੋ। ਬੂਟੇ ਨੇ, ਤੁਸੀਂ ਬੂਟਿਆਂ ਨੂੰ ਵੇਖ, ਫੁੱਲ ਬੂਟੇ ਲਾਏ ਨੇ, ਵਾਹਿਗੁਰੂ ਵਾਹਿਗੁਰੂ ਕਰਦੇ, ਮੂਲ ਮੰਤਰ ਜਾਪ ਕਰਦੇ, ਬੂਟਿਆਂ ਵੱਲ ਵੇਖੋ, ਬੂਟਿਆਂ ਨੂੰ ਵੇਖ ਕੇ ਆਪ ਖੁਸ਼ ਹੋਵੋ। ਆਪਾਂ ਕਿਸੇ ਨੂੰ ਵੇਖ ਕੇ ਖੁਸ਼ ਹੋਈਏ, ਉਹ ਵੀ ਖੁਸ਼ ਹੋ ਜਾਂਦਾ ਹੈ। ਦੇਖੋ ਕਿਸੇ ਦਾ ਬੱਚਾ ਹੈ, ਮੈਂ ਉਹਨਾਂ ਦੇ ਘਰ ਜਾਂਦਾ,
ਮੈਂ ਚੁਟਕੀ ਜੀ ਮਾਰਦਾ ਬੱਚੇ ਬੁਲਾਉਣ ਲਈ, ਮੁਸਕਰਾਉਣਾ, ਬੱਚਾ ਵੀ ਖੁਸ਼ੀ ਮਹਿਸੂਸ ਕਰਦਾ। ਇਹ ਫੁੱਲ ਬੂਟੇ ਸਭ ਮਹਿਸੂਸ ਕਰਦੇ ਨੇ। ਪਸ਼ੂ ਪੰਛੀ ਜੋ ਤੁਹਾਡੀ ਭਾਵ ਨੇ ਉਸ ਨੂੰ ਮਹਿਸੂਸ ਕਰਦੇ ਨੇ, ਉਸ ਨੂੰ ਮਹਿਸੂਸ ਕਰਦੇ ਨੇ। ਤੇ ਬੋਲੋ ਚਾਹੇ ਨਾ ਬੋਲੋ, ਤੁਹਾਡੀ ਭਾਵਨਾ ਫੁੱਲਾਂ ਤੱਕ, ਬੂਟਿਆਂ ਤੱਕ, ਪਸ਼ੂਆਂ ਤੱਕ, ਪੰਛੀਆਂ ਤੱਕ, ਸਭ ਤੱਕ ਜਾਂਦੀ। ਇਸ ਲਈ ਜੇ ਘਰ 'ਚ ਫੁਲਵਾੜੀ ਲਾਈ ਹੋਏ ਜ਼ਰੂਰ ਗੇੜਾ ਲਾਓ, ਵਾਹਿਗੁਰੂ ਵਾਹਿਗੁਰੂ ਕਰਕੇ ਫੁੱਲਾਂ ਦੇ ਕੋਲੋਂ ਦੀ ਲੰਘਦੇ ਜਾਓ। ਦੇਖਿਓ ਕਿਵੇਂ ਫੁੱਲ ਖੁਸ਼ ਹੁੰਦੇ ਨੇ। ਇਸ ਲਈ ਕਿਉਂਕਿ ਬਾਣੀ ਹੈ, ਇਹ ਪਰਮਾਤਮਾ ਦਾ ਨਾਮ ਹੈ। ਅੱਗੇ ਕਹਿੰਦੇ ਸੇਵ ਸਕਤ ਆਪ ਉਪਾਏ ਕਹਿ ਕਰਤਾ। ਕਰਤਾ ਤੇ ਜਾ ਕੇ ਰੁਕਣਾ। ਸੇਵ ਸਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ 부ਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ, ਇਕ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ, ਆਪੇ ਹੁਕਮ 부ਝਾਏ। ਜੇ ਮੈਨੂੰ ਕਹੇ ਜਦੋਂ ਤੁਹਾਡੀ ਕਥਾ ਵਾਰਤਾ ਹੋਗੀ ਨਾ ਪੂਰੇ ਜੀ, ਇਹ ਨਿਤਨੇਮ ਤੋਂ ਬਾਅਦ ਕੀ ਕਰੋਗੇ ਜੀ? ਮੈਂ ਨਾ ਆਸਾ ਦੀ ਵਾਰ ਦੀ ਕਥਾ ਕਰਾਂਗਾ, ਕਿਉਂਕਿ ਉਹ ਵੀ ਲੋਕ ਬਹੁਤ ਕੀਰਤਨ ਸੁਣਦੇ ਆ, ਅੰਮ੍ਰਿਤ ਵੇਲੇ ਆਸਾ ਦੀ ਵਾਰ ਉਹ ਕਰਾਂਗੇ। ਫਿਰ ਨਾ ਇੱਕ ਵਾਰੀ ਮੈਂ ਇਹਦਾ ਸਾਰਾ ਸਹਿਜ ਪਾਠ ਤੁਹਾਨੂੰ ਸੁਣਾਵਾਂਗਾ, ਜਿਵੇਂ ਆ ਸਲੋ ਸਪੀਡ ਨਾਲ ਸਹਿਜ। ਅੱਜ ਕੱਲ੍ਹ ਸਾਰਾ ਗੁਰੂ ਗ੍ਰੰਥ ਤੁਹਾਡੇ ਮੋਬਾਈਲਾਂ 'ਚ ਹੈ। ਜਦੋਂ ਸ਼ੁਰੂ ਕਰਾਂਗੇ ਫਿਰ ਤੁਸੀਂ ਆਪਣੇ ਮੋਬਾਈਲਾਂ ਤੋਂ ਉਹ ਬਾਣੀ ਜਿਹੜੀ ਹੈ ਦੇਖੀ ਜਾਣੀ ਕਿਵੇਂ ਪੜ੍ਹ, ਜਿਵੇਂ ਫਰਕ ਮੈਂ ਉਦੋਂ ਕਿਵੇਂ ਪੜ੍ਹਾਂਗਾ। ਸੇਵ ਸਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ 부ਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ, ਇਕ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ, ਆਪੇ ਹੁਕਮ 부ਝਾਏ। ਤਾਂ ਜੋ ਤੁਹਾਨੂੰ ਥੋੜ੍ਹਾ ਜਿਹਾ ਜਿਹਨਾਂ ਘੱਟ ਪਾਠ ਹੁੰਦਾ, ਹੌਲੀ ਹੌਲੀ ਉਹਨਾਂ ਨੂੰ ਵੀ ਆ ਜਾਵੇਗਾ। ਵੈਸੇ ਤਾਂ ਕਥਾ ਸੁਣ ਕੇ ਕਾਫੀ ਫਰਕ ਪੈ ਗਿਆ ਹੁਣ। ਬਹੁਤਿਆਂ ਦੇ ਮੈਨੂੰ ਆਉਂਦੇ ਟੈਲੀਫੋਨ ਆਉਂਦੇ ਰਹਿੰਦੇ ਨੇ ਕਿ ਬਾਬਾ ਜੀ ਬੜਾ ਸਾਨੂੰ ਫਰਕ ਪੈ ਗਿਆ ਹੈ। ਕਿਉਂਕਿ ਮੈਂ ਤੁਹਾਨੂੰ ਆਪਣੇ ਵਿਦਿਆਰਥੀ ਸਮਝ ਕੇ ਕਥਾ ਕਰ ਰਿਹਾ, ਮੈਂ ਆਮ ਲੋਕਾਂ ਲਈ ਨਹੀਂ ਕੋਈ ਕਰ ਰਿਹਾ। ਮੈਨੂੰ ਪਤਾ 90% ਤਾਂ ਮੇਰੇ ਵਿਦਿਆਰਥੀ ਸੁਣ ਰਹੇ ਹਨ, 10% ਉਹ ਨੇ ਜਿਨ੍ਹਾਂ ਨੇ ਮੇਰੇ ਤੋਂ ਸੰਥਿਆ ਨਹੀਂ ਲਈ ਅਤੇ ਕਥਾ ਸੁਣ ਰਹੇ ਨੇ। ਮੇਰੀ ਇੱਛਾ ਹੈ ਕਿ ਇੱਕ ਤਾਂ ਪਾਠ ਸ਼ੁੱਧ ਹੋ ਜਾਏ, ਇੱਕ ਤੁਹਾਨੂੰ ਉਹਦੇ ਅਰਥ ਆ ਜਾਣ, ਤਾਂ ਜਦੋਂ ਤੁਸੀਂ ਪਾਠ ਕਰੋ ਤੁਹਾਨੂੰ ਉਸ ਦਾ ਜ਼ਿਆਦਾ ਆਨੰਦ ਆਵੇ, ਕਿਉਂਕਿ ਪਾਠ ਵੀ ਤੁਹਾਡਾ ਸ਼ੁੱਧ ਹੋ ਗਿਆ ਅਤੇ ਕੁਝ ਨਾ ਕੁਝ ਅਰਥ ਵੀ ਜਿਹੜੇ ਪੱਲੇ ਪੈ ਜਾਣਗੇ। ਸੇਵ ਹੁੰਦਾ ਮਨ, ਸਕਤ ਹੁੰਦੀ ਮਾਇਆ। ਸੇਵ ਸਕਤ ਆਪ ਉਪਾਏ ਕਹਿ ਕਰਤਾ। ਪਰਮਾਤਮਾ ਨੇ ਆਪ ਹੀ ਮਨ ਪੈਦਾ ਕੀਤਾ, ਆਪ ਹੀ ਮਾਇਆ ਪੈਦਾ ਕੀਤੀ। ਉਪਾਏ ਮੈਨੇ ਪੈਦਾ ਕਰਨਾ। ਪਰਮਾਤਮਾ ਹੀ ਮਨ ਬਣਾਉਣ ਵਾਲਾ ਹੈ, ਪਰਮਾਤਮਾ ਹੀ ਮਾਇਆ ਬਣਾਉਣ ਵਾਲਾ ਹੈ। ਹੁਣ ਸਵਾਲ ਪੈਦਾ ਕਿਉਂ ਬਣਾਇਆ? ਉਹ ਦੇਖਣਾ ਚਾਹੁੰਦਾ ਹੈ ਕਿ ਮਨੁੱਖ ਮੇਰੀ ਮਾਇਆ ਦੇ ਵਿੱਚ ਰਹਿ ਕੇ ਕੀ ਮੇਰਾ ਨਾਮ ਜਪਦਾ, ਕਿ ਮੇਰੀ ਮਾਇਆ ਨਾਲ ਹੀ ਜੁੜ ਗਿਆ ਹੈ। ਅਤੇ 99% ਲੋਕ ਉਹਦੀ ਮਾਇਆ ਨਾਲ ਹੀ ਜੁੜ ਗਏ ਨੇ। ਅਤੇ ਜੇ ਅਸੀਂ ਪਾਠ ਕਰਦੇ ਵੀ ਹਾਂ ਤਾਂ ਵੀ ਮਾਇਆ ਲਈ ਹੀ ਕਰਦੇ ਹਾਂ। ਨੌਕਰੀ ਮੰਗਣੇ ਵੀ ਮਾਇਆ ਹੈ। ਦੇਖੋ ਤੁਸੀਂ ਕਹੋਗੇ ਮਾਇਆ, ਨੌਕਰੀ ਮੰਗਣਾ ਮਾਇਆ ਹੈ। ਇੱਕ ਤਾਂ ਆਹ ਮਾਇਆ ਹੈ ਜਿਹੜੀ ਤੁਸੀਂ ਮੱਥਾ ਟੇਕਿਆ, ਇਹ ਤਾਂ ਸਾਰਿਆਂ ਨੂੰ ਪਤਾ ਵੀ ਇਹ ਮਾਇਆ ਜੀ ਹੈ। ਗੁਰਬਾਣੀ ਕਹਿੰਦੀ ਹਰ ਇੱਕ ਉਹ ਚੀਜ਼, ਹਰ ਇੱਕ ਉਹ ਖਿਆਲ ਜੋ ਰੱਬ ਨੂੰ ਭੁਲਾ ਦੇਵੇ ਉਸ ਨੂੰ ਧਰਮ 'ਚ ਮਾਇਆ ਕਿਹਾ ਗਿਆ ਹੈ। ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਰੱਬ ਨੂੰ ਭੁਲਾਉਂਦੀ ਹੈ ਨਾ, ਉਹ ਮਾਇਆ ਹੈ। ਆਊਗਾ ਤੇ ਲੱਗ ਜਾਏਗਾ ਤੁਹਾਨੂੰ ਸਾਰਾ ਪਤਾ। ਸੇਵ ਸਕਤ ਆਪ ਉਪਾਏ ਕਹਿ ਕਰਤਾ,
परमात्मा ने मन बनाया, माया बनाई है, आपे हुक्म वरताए, ते आप ही अपना हुक्म वरता रहा है। हुक्म भी उहदे ही चल रहा है, क्योंकि उन्हें दोनों चीज़ां बनाईयां ने, उहदे हुक्म चलदा। हुक्म वरताए आप वेखै, गुरमुख किसै बुझाए। वो अपना हुक्म वरताउंदा संसार 'ਚ, फिर वेख रहा भी किहड़ा उहदे हुक्म 'ਚ चल रहा है, वेखदा फिर। गुरमुख किसै बुझाए, किसे विरले टावें गुरमुख नूं ही सोझी दिंदा। भी भाई ये जिहड़ी मैं माया बनाई है ना, तू माया 'ਚ ही ना सारी उम्र फसिया रही। ये माया तो गुजारे लिए बनाई मैं, भी तू अपने परिवार का गुजारा चंगी तरह कर सके। मैं तेनू वेखना कि तू माया 'ਚ ही फस गया कि मैनू भी याद करदा। कहते दात प्यारी विसरिया दातारा, आउंदा ना बाणी 'ਚ, दात प्यारी हो गई, दाता विसर गया। और वो कहते आपां तो पुत्रता मतलब अपने रब तो की लैना, रब तो की लैना। रब तो मुसीबत जी बंदे नूं याद आउंदा। जिवें एक बंदा खजूर ते चढ़ गया, दरख्त ते चढ़ना आसान हुंदा, बहुत उचाई ते चढ़ गया, निगाह हेठां मारी डर लगदा, उतरना हुण हेठां डरदा है किते डिग ना पां। कहंदा हे अल्लाह ताला, मैं 1.25 रुपए दे पतासे करावांगा, वंडांगा, भी मैं राजी खुशी हेठां उतर जा। अध विचाले के कहंदा 10 आने दे वरतावांगा। होर हेठां गए, कहंदे 54 दे वंडांगा। धरती ते आ गए, कहंदे हुण की लोड़ है, हुण आ ही गए। ये मनुख जिहदा वक्त दा मारा फिर पाठ, फिर इत्थे भी अखंड पढ़ सुख, उत्थे भी सुख, उत्थे वो इन्ने अखंड पढ़ सुख लैंदा, वो सुखने नहीं पूरी हुंदी, वो सुखने नहीं पूरी हुंदी। मंदिर 'ਚ गया उत्थे सुख लै, होर किते गया उत्थे सुख लै, होर किते गया उत्थे सुख लै। इस लई उन्ने कोई सुखने चाहिए जिन्नी तुसीं सुख ना ला सको, नहीं फिर तुहाडे मन ते बोझ रहेगा। जी हुक्म वरताए आप वेख्या, अपना हुक्म वरताउंदा ते फिर वेखदा भी किहड़ा किहड़ा मेरे हुक्म नूं मनदा। गुरमुख किसै बुझाए, किसे गुरमुख नूं फिर सोझी दिंदा है। फिर जिन्हों सोझी दिंदा ना, वो की करदा, तोड़े बंधन होवै मुक्त, शब्द मन वसाए। वो गुरु दे शब्द नूं, बाणी नूं, गुरु दे उपदेश नूं मन च लैंदा वसा, माया दे बंधनां दिंदा तोड़, ते नाम जप के हो जाता मुक्त। रहंदा माया 'ਚ ही है, रहना असी माया विच ही है, पर माया तो निर्लेप रहना है। उदाहरणां दित्तियां गुरबाणी 'ਚ, 2 उदाहरणां दित्तियां। एक कमल फुੱਲ दी कि तू रहना पानी 'ਚ पर तू पानी तो उपर रहना। एक मुरगाबी की उदाहरण दित्ती है, मुरगाबी भी पानी ते तरदी है, कि तू पानी दे विच ही रहना पर अपने खंभ सुके रखने ने, तां जो जदों जी करे उड़ जाए तू। ये 2 ने जिहड़े पानी तो उपर रहिंदे ने। मुरगाबी अपने खंभां नूं गिले नहीं होण दिंदी, हाले तार पानी 'ਚ ही रही है। कमल दा फुੱਲ भी है पानी 'ਚ, पर फुੱਲ उपर पानी तो। इस तरह सिख ने रहना माया 'ਚ है, रहना परिवार दे विच ही है, रहना इस संसार दे विच ही है, पर जो काम संसारी करदे ने वो नहीं करने। जो काम वो करने जो धार्मिक लोग काम करते हैं। रहना संसार 'ਚ ही है, पर संसार तो निर्लेप रहना है। संसारी लोग तो चोरियाँ करते, डाके मारते, ठगियाँ करते, मिलावटा करते, धोखाधड़ी करते, रिश्वतां लेंदे, कोई किते मकान दब लिया, किते प्लाट दब लिया, किसी जमीन दब ली, पैसे लेके मुकर गए, कहते मैं नहीं मोड़दा। कोई नशे कर रहा, कोई नशे बेच रहे, कोई बदफैलियाँ कर रहे, ये संसारियों के काम ने। पर गुरमुख इन्हां सारियां तो उपर रहिंदा है, वो कोई भी ऐसा घटिया काम नहीं करता। नहीं तो ਉਹਦੇ ਵਿੱਚ ਤੇ ਫਿਰ ਸੰਸਾਰੀ 'ਚ ਕੀ ਫਰਕ ਹੋਏਗਾ। ਗੁਰਮੁਖ ਦਾ ਜੀਵਨ ਮਨਮੁਖ ਨਾਲ ਬਿਲਕੁਲ ਵੱਖਰਾ ਹੁੰਦਾ ਹੈ, ਅਤੇ ਜੇ ਨਹੀਂ ਵੱਖਰਾ ਤੇ ਇਹਦਾ ਮਤਲਬ ਉਹ ਵੀ ਮਨਮੁਖ ਹੀ ਹੈ। ਬਸ ਕੱਪੜਿਆਂ 'ਤੇ ਲੱਗਦਾ ਗੁਰਮੁਖ ਹੈ ਮਨਮੁਖ ਹੀ ਹੈ। ਗੁਰਮੁਖ ਦੀ ਬੋਲ ਚਾਲ ਵੀ ਅਲੱਗ ਹੁੰਦੀ ਹੈ ਮਨਮੁਖ ਨਾਲ,
ਮਨਮੁਖ ਗੱਲਾਂ ਕਰਦਾ ਕਰਦਾ ਗਲ ਕੱਢੀ ਜਾਂਦਾ। ਦੱਸ, ਮਨਮੁਖ ਦੀ ਆਦਤ ਹੈ, ਗੱਲਾਂ ਕਰੋ ਗਲ ਕੱਢੀ ਜਾਏਗਾ। ਅਤੇ ਜੇ ਗੁਰਮੁਖ ਵੀ ਗਾਲਾਂ ਕੱਢ ਰਿਹਾ ਤਾਂ ਫਿਰ ਮਤਲਬ ਫਿਰ ਇੱਕ ਉਹ ਵੀ ਮਨਮੁਖ ਹੀ ਹੈ। ਗੁਰਮੁਖ ਦੇ ਮੂੰਹ 'ਚੋਂ ਗਾਲ ਨਹੀਂ ਨਿਕਲਣੀ ਚਾਹੀਦੀ, ਚਾਹੇ ਕਿੰਨਾ ਹੀ ਕ੍ਰੋਧ ਕਿਉਂ ਨਾ ਚੜ੍ਹਿਆ ਹੋਇਆ ਉਹਨੂੰ। ਗੁਰਮੁਖ ਨੂੰ ਭਾਵੇਂ ਕਿੰਨਾ ਹੀ ਗੁੱਸਾ ਕਿਉਂ ਨਾ ਚੜ੍ਹਿਆ, ਉਹਦੇ ਮੂੰਹ 'ਚ ਗਾਲ ਨਹੀਂ ਨਿਕਲਣੀ ਚਾਹੀਦੀ। ਪਰ ਮੈਨੂੰ ਅਫਸੋਸ ਹੈ, ਮੈਂ ਕਈਆਂ ਸੰਤਾਂ ਨਾਲ ਮੇਰਾ ਵਾਹ ਰਿਹਾ ਹੈ, ਉਹ ਗਾਲਾਂ ਕੱਢਦੇ ਨੇ। ਮੈਂ ਯਾਰ ਕਮਾਲ, ਆ ਸਾਧੂ ਵੀ ਗੱਲਾਂ 'ਚ ਹੀ ਗਾਲਾਂ ਕੱਢੀ ਜਾਂਦੇ ਨੇ। ਗੱਲਾਂ ਕਾਹਦੇ ਗਾਲਾਂ ਕੱਢੀ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਾਲਾਂ ਕੱਢੀ ਜਾ ਰਹੇ ਹਾਂ, ਕਿਉਂਕਿ ਅਜੇ ਰਸਨਾ ਪਵਿੱਤਰ ਹੀ ਨਹੀਂ ਹੋਈ। ਨਾਮ ਜਪ ਜਪ ਕੇ ਰਸਨਾ ਇਤਨੀ ਪਵਿੱਤਰ ਹੋ ਜਾਣੀ ਚਾਹੀਦੀ, ਕੋਈ ਤਾਂ ਕੌੜਾ ਬਚਨ ਹੀ ਕੋਈ ਨਾ ਨਿਕਲੇ। ਗਾਲ ਤਾਂ ਦੂਰ ਦੀ ਰਹੀ, ਉਹ ਤਾਂ ਕੌੜਾ ਬਚਨ ਹੀ ਨਹੀਂ ਬੋਲਦਾ। ਕੌੜਾ ਬੋਲਣਾ ਜਾਣੈ ਪੂਰਨ ਭਗਵਾਨ। ਉਹਦੇ ਜਿਵੇਂ ਰੱਬ ਕੌੜਾ ਨਹੀਂ ਨਾ ਬੋਲਦਾ, ਗੁਰਮੁਖ ਵੀ ਕੌੜਾ ਨਹੀਂ ਬੋਲਦਾ ਹੈਗਾ। ਰੱਬ ਨਹੀਂ ਕਿਸੇ ਨੂੰ ਗਾਲਾਂ ਕੱਢਦਾ, ਗੁਰਮੁਖ ਵੀ ਨਹੀਂ ਕਿਸੇ ਨੂੰ ਗਾਲਾਂ ਕੱਢਦਾ, ਪਰ ਕਈਆਂ ਨੂੰ ਆਦਤ ਹੈ ਗਾਲਾਂ ਕੱਢੀ ਜਾਂਦੇ। ਆਹ ਜਿਹੜੇ ਮਨਮੁਖ ਨੇ ਸੜਕ 'ਤੇ ਗਲੀ ਜਾ ਰਹੇ ਨੇ, ਗੱਲਾਂ ਆਪ ਹੀ ਕਰਦੇ ਗਾਲਾਂ ਕੱਢੀ ਜਾਂਦੇ ਨੇ। ਉਹਨੂੰ ਪਤਾ ਲੱਗਦਾ ਵੀ ਅਸੀਂ ਗਾਲਾਂ ਕੱਢ ਰਹੇ ਹਾਂ, ਉਹਨਾਂ ਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਗਾਲਾਂ ਕੱਢ ਰਹੇ ਹਾਂ। ਮੈਂ ਆਪਣੇ ਪਿਤਾ ਜੀ ਨੂੰ ਕਿਹਾ, ਮੈਂ ਬਾਪੂ ਜੀ ਤੇ ਗਾਲਾਂ ਕੱਢੀ ਜਾਂਦੇ, ਕਿਸੇ ਕਾਕਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ, ਆਹ ਡੰਗਰਾਂ ਨਾਲ ਵਾਹ ਰਹਿੰਦਾ ਹੈ, ਇਸ ਕਰਕੇ ਮੂੰਹ 'ਤੇ ਗਾਲਾਂ ਚੜ੍ਹ ਗਈਆਂ ਨੇ। ਸੋ ਇਸ ਲਈ ਗੁਰਮੁਖ ਦਾ ਜੀਵਨ ਹੋਰ ਹੁੰਦਾ, ਮਨਮੁਖ ਦਾ ਹੋਰ ਹੁੰਦਾ। ਰਹਿ ਦੋਨੋਂ ਹੀ ਸੰਸਾਰ 'ਚ ਰਹੇ ਨੇ, ਮਨਮੁਖ ਵੀ ਸੰਸਾਰ 'ਚ ਹੀ ਹੈ, ਗੁਰਮੁਖ ਵੀ ਸੰਸਾਰ ਦੇ 'ਚ ਹੈ। ਮਨਮੁਖ ਵੀ ਪਰਿਵਾਰ ਵਾਲਾ ਹੈ, ਗੁਰਮੁਖ ਵੀ ਪਰਿਵਾਰ ਵਾਲਾ ਹੈ, ਪਰ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਗੁਰਮੁਖ ਨੇ ਐਸਾ ਕੋਈ ਕੰਮ ਨਹੀਂ ਕਰਨਾ ਹੁੰਦਾ ਜਿਤ ਅੰਤ ਪਛੋਤਾਈ ਹੈ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ ਹੈ। ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹਦੇ ਕਾਰਨ ਅਖੀਰ ਨੂੰ ਪਛਤਾਉਣਾ ਪਵੇ। ਜੇ ਗਲਤ ਕੰਮ ਕੀਤਾ ਤਾਂ ਹੀ ਆ ਸਾਧੂਆਂ ਸੰਤਾਂ ਜੇਲਾਂ ਹੋਈਆਂ ਕਿ ਨਹੀਂ? ਇਸੇ ਲਈ ਹੋਈਆਂ ਕਿਉਂਕਿ ਦੇਖਣ ਨੂੰ ਗੁਰਮੁਖ, ਸਿੱਖਿਆ ਵੀ ਸਾਰੀ ਉਮਰ ਲੋਕਾਂ ਨੂੰ ਦਿੱਤੀ, ਪਰ ਕਰਮ ਮਨਮੁਖ ਵਾਲੇ ਕੀਤੇ ਅਤੇ ਨਤੀਜਾ ਜੇਲ੍ਹ ਹੋ ਗਈ। ਆਪਣੀ ਵੀ ਬਦਨਾਮੀ ਅਤੇ ਅੱਗੇ ਚੇਲਿਆਂ ਦੀ ਵੀ ਬਦਨਾਮੀ। ਔਰ ਅਗਰ ਚਲੋ ਤੁਹਾਡਾ ਇਹੋ ਜਿਹਾ ਗੁਰੂ ਹੈ, ਜੇ ਕਿਤੇ ਬਹਿਸ ਹੋ ਜਾਏ ਅਗਲਾ ਕਹਿੰਦਾ ਚਲੋ ਜਾਣਦੇ ਤੁਹਾਨੂੰ ਅਸੀਂ, ਤੁਹਾਡਾ ਗੁਰੂ ਤਾਂ ਜੇਲ੍ਹ 'ਚ ਬੈਠਾ ਹੈ, ਉਹ ਤਾਂ ਜਿਹੜਾ ਹੈ ਬਲਾਤਕਾਰੀ ਹੈ, ਫਲਾਣਾ ਹੈ, ਉਹ ਹੈ, ਅਗਲਾ ਸਭ ਗੱਲਾਂ ਕਰਦਾ। ਸੋ ਮਨਮੁਖ ਅਤੇ ਗੁਰਮੁਖ ਦੇ ਜੀਵਨ 'ਚ ਬਿਲਕੁਲ ਪਤਾ ਲੱਗਣਾ ਚਾਹੀਦਾ ਕਿ ਹਾਂ ਇਹ ਗੁਰਮੁਖ ਦਾ ਜੀਵਨ ਹੈ, ਇਹ ਮਨਮੁਖ ਦਾ ਜੀਵਨ ਹੈ। ਮਨਮੁਖ ਸੰਸਾਰੀ ਹੁੰਦੇ ਨੇ, ਗੁਰਮੁਖ ਸੰਸਾਰ 'ਚ ਰਹਿੰਦਾ ਹੋਇਆ ਵੀ ਮਨਮੁਖੀਆਂ ਵਾਲੇ ਕੋਈ ਗਲਤ ਕੰਮ ਨਹੀਂ ਕਰਦਾ। ਉਹ ਪਰਮਾਤਮਾ ਤੋਂ, ਗੁਰੂ ਤੋਂ ਡਰ ਕੇ ਰਹਿੰਦਾ ਹੈ। ਉਹਨੂੰ ਪਤਾ ਹੁੰਦਾ ਮੈਨੂੰ ਪਰਮਾਤਮਾ ਵੇਖ ਰਿਹਾ, ਮੈਨੂੰ ਗੁਰੂ ਵੇਖ ਰਿਹਾ ਹੈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਜਿਹਨੂੰ ਫਿਰ ਪਰਮਾਤਮਾ ਸੋਝੀ ਦੇ ਦੇ ਨਾ, ਗੁਰਮੁਖ ਕਿਸੇ ਨੂੰ ਪਰਮਾਤਮਾ ਦਿੰਦਾ ਸੋਝੀ, ਉਹ ਕਿੱਦਾਂ ਮਾਇਆ ਦੇ ਬੰਧਨਾਂ ਤੋੜ ਦਿੰਦਾ ਹੈ। ਮਾਇਆ ਦੇ ਬੰਧਨਾਂ 'ਚ ਨਹੀਂ ਰਹਿੰਦਾ, ਮੁਕਤ ਹੋ ਜਾਂਦਾ। ਸ਼ਬਦ ਮਨ ਵਸਾਏ, ਅਤੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਗੁਰਮੰਤਰ ਨੂੰ ਮਨ 'ਚ ਵਸਾ ਲੈਂਦਾ ਹੈ। ਬਾਣੀ ਦਾ ਉਪਦੇਸ਼ ਉਹਦੇ ਮਨ 'ਚ ਵਸ ਜਾਂਦਾ ਹੈ, ਗੁਰਮੰਤਰ ਵਸ ਜਾਂਦਾ ਹੈ। ਗੁਰਮੰਤਰ ਦਾ ਜਾਪ ਕਰਦਾ ਰਹਿੰਦਾ ਹੈ ਅਤੇ ਬਾਣੀ ਅਨੁਸਾਰ ਜੀਵਨ ਜਿਉਂਦਾ ਹੈ। ਰਾਤੇ ਰਾਤ ਨਹੀਂ ਸਾਡਾ ਜੀਵਨ ਬਾਣੀ ਅਨੁਸਾਰ ਹੋਣ ਲੱਗਾ, ਇਹ ਲਗਾਤਾਰ ਯਤਨ ਕਰਨ ਦੀ ਲੋੜ ਹੁੰਦੀ ਹੈ। ਜਿਉਂ ਸਮਝ ਆਈ ਜਾਵੇ ਤਿਉਂ ਆਪਣੇ ਆਪ 'ਤੇ ਢਾਲੀ ਜਾਣਾ ਕਿ ਮੇਰਾ ਜੀਵਨ ਇਸ ਲਾਈਨ ਅਨੁਸਾਰ ਹੈ, ਨਹੀਂ ਹੈ ਤਾਂ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ ਪੜ੍ਹੇ ਤੁਸੀਂ, ਫਿਰ ਦੇਖੋ ਕੀ ਮੈਂ ਅੰਮ੍ਰਿਤ ਵੇਲੇ ਉੱਠਦਾ, ਕੀ ਮੈਂ ਅੰਮ੍ਰਿਤ ਵੇਲੇ ਉੱਠਦਾ, ਕੀ ਮੈਂ ਬਾਣੀ ਪੜ੍ਹਦਾ ਉੱਠ ਕੇ, ਕੀ ਮੈਂ ਨਾਮ ਜਪਦਾ? ਨਹੀਂ। ਅਤੇ ਫਿਰ ਕੋਸ਼ਿਸ਼ ਕਰਨੀ, ਫਿਰ ਕੋਸ਼ਿਸ਼ ਕਰਨੀ ਹੈ 4 ਵਜੇ ਉੱਠੋ, ਨਹਾਓ ਧੋ, ਸਿਮਰਨ ਕਰੋ, ਬਾਣੀ ਪੜ੍ਹੋ। ਜਦੋਂ ਆਪਣਾ ਸੂਰਜ ਨਿਕਲ ਆਵੇ ਆਪਣਾ ਤਿਆਰ ਹੋਵੋ, ਰੋਟੀ ਪਾਣੀ ਖਾਓ, ਆਪਣੀਆਂ ਡਿਊਟੀਆਂ 'ਤੇ ਜਾਓ। ਜਿੰਨਾ ਸਮਾਂ ਉਂਝ ਲੱਗੇ ਆਪਣਾ ਭਾਈ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ। ਰਾਤ ਨੂੰ ਫਿਰ ਰਹਿ ਰਾਸ ਦਾ ਪਾਠ ਕਰੋ, ਰੋਟੀ ਖਾਣ ਤੋਂ ਪਹਿਲਾਂ ਰਹਿ ਰਾਸ ਦਾ ਪਾਠ ਕਰ ਲਓ।
ਹਾਂ ਜੇ ਨਹੀਂ ਹੈ ਟਾਈਮ ਤਾਂ ਫਿਰ ਉਹ ਤੋਂ ਬਾਅਦ ਰਹਿ ਰਾਸ ਤੇ ਸੋਹਲੇ ਸਾਹਿਬ ਦਾ ਇਕੱਠਾ ਪਾਠ ਕਰ ਲਓ। ਜਿਵੇਂ ਇੱਕ ਲੜਕਾ ਮੇਰੇ ਕਈ ਸਾਲ ਪਹਿਲਾਂ ਆਇਆ, ਕਹੇ ਜੀ ਮੇਰੀ ਡਿਊਟੀ ਖਤਮ ਹੁੰਦੀ 11 ਵਜੇ ਰਾਤ ਨੂੰ, ਅਤੇ ਹੁਣ ਮੈਨੂੰ ਆ ਕੇ ਮੈਂ ਨਹਾਉਣਾ 11:30 ਵੱਜ ਜਾਂਦੇ ਨੇ, ਰੋਟੀ ਖਾਂਦਿਆਂ ਮੈਨੂੰ 12 ਵੱਜ ਜਾਂਦੇ ਨੇ। ਮੈਂ ਸੁਣ ਤੂੰ ਕਿਹੜਾ ਰੋਜ਼ ਪਾਠ ਕਰਦਾ? ਹਿੰਦੂ ਮੁੰਡਾ ਸੀ, ਮੈਂ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਦਾ। ਮੈਂ ਤੂੰ 12 ਵੱਜ ਗਏ ਕਿ ਨਹੀਂ? 12:01 'ਤੇ ਨਵਾਂ ਦਿਨ ਸ਼ੁਰੂ ਹੋ ਜਾਂਦਾ ਹੈ ਨਾ। ਬਸ ਮੈਂ ਤੂੰ ਸੌਣ ਤੋਂ ਪਹਿਲਾਂ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਕਰ, ਫਿਰ ਆਪਣਾ ਆਰਾਮ ਨਾਲ ਸੌਂ ਜਾ। ਜਦੋਂ ਫਿਰ ਮਰਜ਼ੀ ਤੇਰੀ ਉੱਠੀ, ਤੇਰੇ ਮਨ 'ਚ ਇਹ ਨਹੀਂ ਹੋਊਗਾ ਵੀ ਮੇਰਾ ਜੇ ਨਿਤਨੇਮ ਰਹਿੰਦਾ ਜੀ, ਰਾਤ ਨੂੰ ਨਿਬੇੜਦੇ। ਨਾਲੇ ਦੇਖ ਅੱਧੀ ਰਾਤ ਨੇ ਟਿਕਿਆ ਹੁੰਦਾ ਸਾਰਾ, ਸਾਰੇ ਸ਼ਰਾਬੀ ਕਬਾਬੀ ਹੋਰ ਕੀ ਲੋਕ ਸਭ ਸੁੱਤੇ ਹੁੰਦੇ ਨੇ ਉਸ ਵੇਲੇ ਨੂੰ। ਜਦੋਂ ਇਹ ਲੋਕ ਸੌਂ ਜਾਂਦੇ ਨੇ, ਇਹਨਾਂ ਦੇ ਵਿੱਚ ਜਿਹੜੀਆਂ ਭੈੜੀਆਂ ਵੇਵਜ਼ ਨੇ ਉਹ ਨਿਕਲਣੀਆਂ ਬੰਦ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਫਿਰ ਜਿਹੜੇ ਨਾਮ ਜਪਣ ਵਾਲੇ ਨੇ ਉਹ ਜਾਗਣੇ ਸ਼ੁਰੂ ਹੋ ਜਾਂਦੇ ਨੇ। ਅੰਮ੍ਰਿਤ ਵੇਲੇ ਸਾਰੇ ਨਾਮ ਜਪਣ ਵਾਲੇ ਸਾਰੇ ਸੰਸਾਰ 'ਚ ਜਾਗ ਰਹਿੰਦੇ ਨੇ। ਉਹਨਾਂ ਦੀਆਂ ਵੇਵਜ਼ ਆ ਕੇ ਫਿਰ ਸਾਨੂੰ ਟਕਰਾਉਂਦੀਆਂ ਨੇ। ਮੈਂ ਨਾਮ ਜਪ ਰਿਹਾ, ਇਹਨੂੰ ਟਕਰਾ ਰਹੀ, ਇਹ ਨਾਮ ਜਪ ਰਿਹਾ ਮੈਨੂੰ ਟਕਰਾ ਰਹੀ, ਉਹ ਜਪ ਰਿਹਾ ਉਹਨੂੰ ਟਕਰਾ ਰਹੀ ਹੈ। ਸਾਰੀਆਂ ਵੇਵਜ਼ ਇੱਕ ਦੂਜੇ ਟਕਰਾ ਉਹਨਾਂ ਦੀ ਅਵਸਥਾ ਵਿੱਚ ਹੀ ਕਰਦੀਆਂ ਰਹਿੰਦੀਆਂ ਨੇ, ਕਿਉਂਕਿ ਸਾਡੇ ਵਿੱਚੋਂ ਆ ਗੁੱਡ ਐਂਡ ਬੈਡ ਵੇਵਜ਼ ਨਿਕਲਦੀਆਂ। ਜੇ ਥੋੜ੍ਹੇ ਬਹੁਤੇ ਸਾਇੰਸ ਪੜ੍ਹੇ ਹੋਏ ਉਹਨੂੰ ਪਤਾ ਅਲਫਾ ਬੀਟਾ ਥੀਟਾ ਗਾਮਾ ਇਹ ਰੇਜ਼ ਹੁੰਦੀਆਂ। ਇਹਨਾਂ 'ਚ ਕੁਝ ਖਤਰਨਾਕ ਨੇ, ਕੁਝ ਬੜੀਆਂ ਲਾਭਦਾਇਕ ਨੇ। ਇਸੇ ਤਰ੍ਹਾਂ ਮਨੁੱਖ ਦੇ ਵਿੱਚੋਂ, ਡਾਕੂਆਂ ਦੇ ਵਿੱਚੋਂ ਖਤਰਨਾਕ ਵੇਵਜ਼ ਨਿਕਲ ਰਹੀਆਂ ਹੁੰਦੀਆਂ, ਸਾਧੂਆਂ ਦੇ ਵਿੱਚੋਂ ਸ਼ਾਂਤੀਪੂਰਕ ਵੇਵਜ਼ ਨਿਕਲ ਰਹੀਆਂ ਹੁੰਦੀਆਂ। ਸਾਧੂ ਦੇ ਕੋਲ ਤੁਸੀਂ ਬੈਠੋ, ਭਾਵੇਂ ਸਾਧੂ ਕੁਛ ਨਹੀਂ ਬੋਲ ਰਿਹਾ, ਤਾਂ ਵੀ ਤੁਹਾਨੂੰ ਸ਼ਾਂਤੀ ਮਿਲੇਗੀ। ਕਿਉਂ? ਉਹ ਆਪ ਸ਼ਾਂਤ ਹੈ, ਨਾਮ ਜਪਦਾ ਰਹਿੰਦਾ ਹੈ, ਭਾਵੇਂ ਉਹ ਚੁੱਪ ਹੈ, ਉਹਦੇ ਅੰਦਰ ਨਾਮ ਚੱਲ ਰਿਹਾ ਹੈ। ਉਹ ਵੇਵਜ਼ ਤੁਹਾਨੂੰ ਟਕਰਾਉਂਦੀਆਂ ਨੇ, ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਹਾਡੇ ਮੂੰਹ ਆਪਣੇ ਆਪ ਹੀ ਵਾਹਿਗੁਰੂ 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 ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਹਿੰਦੇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਫਿਰ ਜਿਹਨੂੰ ਪਰਮਾਤਮਾ ਸੋਝੀ ਦਿੰਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ, ਗੁਰੂ ਦੀ ਬਾਣੀ ਨੂੰ ਮਨ 'ਚ ਵਸਾ ਲੈਂਦਾ ਹੈ ਅਤੇ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਗੁਰਮੁਖ ਕੌਣ ਹੁੰਦਾ? ਜਿਹਨੂੰ ਪਰਮਾਤਮਾ ਬਣਾਉਂਦਾ। ਜਿਹਨੂੰ ਪਰਮਾਤਮਾ ਗੁਰਮੁਖ ਬਣਾਉਂਦਾ ਨਾ, ਉਹੀ ਗੁਰਮੁਖ ਬਣਦਾ। ਜੇ ਤੁਸੀਂ ਜਿਹੜੇ ਇਸ ਵੇਲੇ ਕਥਾ ਵਾਰਤਾ ਸੁਣ ਰਹੇ ਹੋ ਜਾਂ ਜਿਹੜੇ ਬਾਅਦ 'ਚ ਸੁਣਨਗੇ, ਉਹ ਪਰਮਾਤਮਾ ਹੀ ਉਹਨਾਂ ਨੂੰ ਪ੍ਰੇਰਦਾ ਹੈ। ਉਹ ਪਰਮਾਤਮਾ ਹੀ ਉਹਨਾਂ ਨੂੰ ਪ੍ਰੇਰਦਾ ਹੈ ਕਿ ਭਾਈ ਕਥਾ ਵਾਰਤਾ ਸੁਣੋ, ਤੁਹਾਡਾ ਘੰਟਾ ਸਫਲ ਹੋਵੇਗਾ। ਜਿਨ੍ਹਾਂ ਕੋਲ ਇਸ ਵੇਲੇ ਟਾਈਮ ਹੁੰਦਾ, ਦੇਸ਼ ਪ੍ਰਦੇਸ਼ ਜਿਹੜੇ ਬੈਠੇ ਨੇ, ਮੈਨੂੰ ਟੈਲੀਫੋਨਾਂ ਦੇ ਆਉਂਦੇ ਰਹਿੰਦੇ ਨੇ ਕਿ ਸਿੱਧਾ ਹੀ ਇਸ ਵੇਲੇ ਪ੍ਰਸਾਰਨ ਸੁਣ ਰਹੇ ਨੇ। ਕਈਆਂ ਕੋਲ ਇਸ ਵੇਲੇ ਟਾਈਮ ਨਹੀਂ, ਡਿਊਟੀ 'ਤੇ ਹੁੰਦੇ ਨੇ ਉਹ ਫਿਰ ਜਦੋਂ ਹੈ YouTube ਤੋਂ ਸੁਣ ਲੈ, ਜਦੋਂ ਮਰਜ਼ੀ ਉਹਨਾਂ ਨੂੰ ਸੁਣ ਲੈਂਦੇ ਹਨ। ਅਤੇ ਉਹ ਬੜਾ ਧੰਨਵਾਦ ਕਰਦੇ, ਬਾਬਾ ਜੀ ਆਹ ਤੁਸੀਂ ਕੰਮ ਬਹੁਤ ਵਧੀਆ ਕੀਤਾ। ਮੈਂ ਜੀ ਸਾਡੇ ਜਵਾਕ ਨੇ, ਉਹਨਾਂ ਨੂੰ ਸਾਰੀ ਟੈਕਨੋਲੋਜੀ ਪਤਾ, ਮੈਨੂੰ ਤਾਂ ਪਤਾ ਕੋਈ ਨਹੀਂ ਇਸ ਟੈਕਨੋਲੋਜੀ। ਹਾਂ, ਮੇਰੇ ਤਾਂ ਮਨ 'ਚ ਖਿਆਲ ਆਇਆ ਵੀ ਜਿਹੜਾ ਹੈ ਕਥਾ ਵਾਰਤਾ ਸ਼ੁਰੂ ਕਰਨੀ ਚਾਹੀਦੀ ਹੈ। ਵੀ ਲੋਕਡਾਊਨ ਹੋਇਆ ਹੈ, ਸੰਗਤ ਗੁਰਦੁਆਰੇ ਆ ਨਹੀਂ ਸਕਦੀ, ਇਸ ਲਈ ਉਹਨਾਂ ਨੂੰ ਗਿਆਨ ਦਿੰਦੇ ਰਹਿਣਾ ਚਾਹੀਦਾ ਤਾਂ ਜੇ ਇਸ ਪਾਸੇ ਲੱਗੇ ਰਹਿਣ। ਇਹਨਾਂ ਨੇ ਹਿੰਮਤ ਕੀਤੀ। ਇਹਨਾਂ ਨੇ, ਮੈਂ ਵਾਈਫਾਈ ਸਿਰਫ ਸ਼ਬਦ ਸੁਣਿਆ ਹੋਇਆ ਸੀ, ਸ਼ਬਦ ਅੰਗਰੇਜ਼ੀ ਪੜ੍ਹੀ ਹੋਏ, ਸ਼ਬਦ ਤਾਂ ਸੁਣੇ ਹੀ ਨੇ, ਸ਼ਬਦ ਤਾਂ ਸੁਣੇ ਨੇ, ਪਰ ਇਹ ਨਹੀਂ ਸੀ ਪਤਾ ਵੀ ਵਾਈਫਾਈ ਕੀ ਬਲਾ ਹੁੰਦੀ ਹੈ। ਇਹਨਾਂ ਨੇ ਲਾਤੀ ਹੈ। ਹੁਣ ਦੇਖੋ ਬਿਲਕੁਲ ਕਲੀਅਰ ਆਵਾਜ਼ ਜਿਹੜੀ ਸਾਰੇ ਸੰਸਾਰ 'ਚ ਜਾਂਦੀ ਸੀ। ਸੋ ਗੁਰੂ ਮਹਾਰਾਜ ਆਪ ਹੀ ਜਿਹੜੇ ਨਾ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ। ਜਿਹਨੂੰ ਪਰਮਾਤਮਾ ਗੁਰਮੁਖ ਬਣਾਉਂਦਾ ਨਾ, ਉਹੀ ਗੁਰਮੁਖ ਬਣਦਾ। ਅਤੇ ਜਦੋਂ ਫਿਰ ਗੁਰਮੁਖ ਬਣਦਾ, ਫਿਰ ਕਰਦਾ ਕੀ ਹੈ? ਏਕਸ ਸਿਉ ਲਿਵ ਲਾਏ, ਫਿਰ ਇੱਕ ਪਰਮਾਤਮਾ ਨਾਲ ਲਿਵ ਲਾ ਲੈਂਦਾ। ਭਾਵੇਂ ਇੱਕ ਪਰਮਾਤਮਾ ਦਾ ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਹੌਲੀ ਹੌਲੀ ਪਰਮਾਤਮਾ ਨਾਲ ਪਿਆਰ ਹੋ ਜਾਂਦਾ। ਜਦੋਂ ਪਰਮਾਤਮਾ ਨਾਲ ਪਿਆਰ ਹੋ ਜਾਂਦਾ, ਫਿਰ ਉਹਦੇ ਨਾਲ ਲਿਵ ਜੁੜ ਜਾਂਦੀ ਹੈ। ਫਿਰ ਪਿਆਰਾ ਆਪਣੇ ਆਪ ਹੀ ਯਾਦ ਆਈ ਜਾਂਦਾ, ਆਹੀ ਲਿਵ ਹੈ। ਫਿਰ ਬੋਲਣ ਦੀ, ਵਾਹਿਗੁਰੂ ਕਹਿਣ ਦੀ ਲੋੜ ਨਹੀਂ ਹੁੰਦੀ। ਵਾਹਿਗੁਰੂ ਉਂਝ ਹੀ ਯਾਦ ਆਈ ਹੋਈ ਜਾਂਦਾ ਹੈ। ਉਹਨੂੰ ਕਹਿੰਦੇ ਲਿਵ ਲੱਗ ਗਈ। ਉਹਨੂੰ ਕਹਿੰਦੇ ਅਜਪਾ ਜਾਪ। ਜਪਿਆ ਨਹੀਂ ਜਾ ਰਿਹਾ,
ਜਿਹਨੂੰ ਜਪਣਾ ਸੀ ਉਹ ਤਾਂ ਵੈਸੇ ਹੀ ਯਾਦ ਆਈ ਜਾ ਰਿਹਾ ਹੈ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਜਾਏ। ਪਰਮਾਤਮਾ ਆਪ ਹੀ ਕਰਤਾ ਹੈ ਅਤੇ ਆਪ ਹੀ ਆਪਣੇ ਹੁਕਮ ਦੀ ਸੋਝੀ ਦੇਣ ਵਾਲਾ ਹੈ। ਜਿਹਨੂੰ ਸੋਝੀ ਦੇ ਦਿੰਦਾ ਆਪਣੇ ਹੁਕਮ ਦੀ, ਫਿਰ ਬੰਦਾ ਉਹਦੇ ਹੁਕਮ ਨੂੰ ਅੱਗੇ ਤੋਂ ਮੰਨਦਾ ਹੈ। ਹੁਣ ਪਰਮਾਤਮਾ ਨੇ ਪਹਿਲਾਂ ਗੁਰੂਆਂ ਨੂੰ ਸੋਝੀ ਦਿੱਤੀ। ਗੁਰੂਆਂ ਨੇ ਫਿਰ ਸੰਸਾਰ ਦੇ ਭਲੇ ਲਈ ਜੋ ਪਰਮਾਤਮਾ ਨੇ ਗੁਰੂਆਂ ਨੂੰ ਕਿਹਾ, ਉਹਨਾਂ ਨੇ ਉਸ ਗੱਲ ਨੂੰ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਲੈ ਆਂਦਾ, ਜਿਹਨੂੰ ਕਹਿੰਦੇ ਬਾਣੀ, ਜਿਹਨੂੰ ਕਹਿੰਦੇ ਗੁਰਬਾਣੀ। ਪਰਮਾਤਮਾ ਨੇ ਹੁਕਮ ਕੀਤਾ, ਉਹਨਾਂ ਨੇ ਉਹ ਵੀ ਜਾਓ ਸੰਸਾਰ ਨੂੰ ਮੇਰਾ ਹੁਕਮ ਦੱਸੋ, ਵੀ ਮੇਰਾ ਹੁਕਮ ਕੀ ਹੈ। ਉਹਨਾਂ ਨੇ ਆ ਕੇ ਆਪਣੇ ਆਪਣੇ ਸ਼ਬਦਾਂ 'ਚ ਪਰਮਾਤਮਾ ਦਾ ਹੁਕਮ ਦੱਸਿਆ। ਲੋਕ ਉਸ ਹੁਕਮ ਨੂੰ ਪੜ੍ਹਦੇ ਨੇ ਅਤੇ ਫਿਰ ਜਿਹਨਾਂ ਦੇ ਭਾਗ ਚੰਗੇ ਹੁੰਦੇ ਉਸ ਹੁਕਮ ਦੇ ਅਨੁਸਾਰ ਆਪਣਾ ਜੀਵਨ ਜਿਉ ਕੇ ਜੀਵਨ ਸਫਲਾ ਕਰ ਲੈਂਦੇ ਹਨ। ਅਗਲੀ ਪੌੜੀ 'ਚ ਕਹਿੰਦੇ ਸਿਮਰਤ ਸ਼ਾਸਤਰ। ਇਹ ਸ਼ਾਸਤਰ ਹੈ। ਪਹਿਲੇ ਸੱਸੇ ਦੇ ਪੈਰ 'ਚ ਬਿੰਦੀ, ਦੂਜਾ ਸੱਸਾ ਬਿਨਾਂ ਬਿੰਦੀ ਤੋਂ। ਕਈ ਵਾਰੀ ਆਪਾਂ ਜਦ ਬੋਲਦੇ ਹਾਂ ਦੋਨਾਂ 'ਚ ਸ਼ਸ਼ਾ ਬੋਲਿਆ ਜਾਂਦਾ, ਸ਼ਾਸਤਰ ਬੋਲਦੇ ਕਈ ਵਾਰੀ ਆਪਾਂ ਹੈ, ਪਰ ਹੈ ਹੁੰਦਾ ਸ਼ਾਸਤਰ। ਸ਼ਾਸਤਰ, ਸ਼ਾਸਤਰ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਗੁਰਬਾਣੀ 'ਚ ਨਾ ਦਲਾਵਾਂ ਦਾ ਬੜਾ ਖਿਆਲ ਰੱਖਣਾ। ਲਾਂ ਬੋਲੋਗੇ ਅਰਥ ਹੋਰ ਹੋ ਜਾਏਗਾ, ਦਲਾਵਾਂ ਬੋਲੋਗੇ ਅਰਥ ਹੋਰ ਹੋ ਜਾਏਗਾ। ਜਿਵੇਂ ਸੱਚਾ, ਸੱਚੇ, ਸੱਚੈ। ਸੱਚਾ ਇੱਕ ਸੱਚਾ ਜਿਹਦਾ ਵਿਰੋਧੀ ਸ਼ਬਦ ਹੈ ਝੂਠਾ। ਸੱਚਾ ਦਾ ਬਹੁਵਚਨ ਹੈ ਸੱਚੇ, ਸੱਸਾ ਚੱਚੇ ਨੂੰ ਲਾਂ ਸੱਚੇ। ਇੱਕ ਚੱਚੇ ਨੂੰ ਦਲਾਵਾਂ ਸੱਚਾ ਹੈ, ਉਦੋਂ ਪਰਮਾਤਮਾ ਨੇ, ਦੇਖੋ ਅਰਥ ਹੀ ਬਦਲ ਗਏ। ਸੱਚੈ ਪਰਮਾਤਮਾ ਨੇ, ਸੱਚੇ ਸੱਚਾ ਦਾ ਬਹੁਵਚਨ ਹੈ ਸੱਚੇ, ਵੀ ਸੱਚੇ ਲੋਕ ਇਹ ਝੂਠੇ ਨੇ, ਇਹ ਸੱਚੇ ਨੇ। ਇਹ ਸੱਚਾ ਹੈ, ਝੂਠਾ ਹੈ। ਸੱਚਾ ਇੱਕ ਵਚਨ ਹੈ, ਸੱਚੇ ਬਹੁਵਚਨ ਹੈ, ਪਰ ਸੱਚਾ ਦਾ ਮਤਲਬ ਪਰਮਾਤਮਾ ਨੇ। ਇਸ ਲਈ ਦਲਾਵਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਬਾਣੀ ਪੜ੍ਹਦੇ ਹੋਏ। ਕਦੇ ਵੀ ਦਲਾਵਾਂ ਨੂੰ ਲਾਂ ਦੀ ਤਰ੍ਹਾਂ ਨਹੀਂ ਬੋਲਣਾ ਹੈ। ਕਹੈ, ਕਹੇ ਨਹੀਂ ਕਹਿਣਾ। ਕਹੇ ਦਾ ਹੋਰ ਅਰਥ ਹੁੰਦਾ ਹੈ, ਕਹੈ ਦਾ ਹੋਰ ਅਰਥ ਹੁੰਦਾ ਹੈ। ਅਰਥ ਹੀ ਬਦਲ ਜਾਂਦੇ ਨੇ। ਇਸ ਲਈ ਬੜੇ ਧਿਆਨ ਨਾਲ ਬਾਣੀ ਪੜ੍ਹੀ ਦੀ ਹੈ। ਜੇ ਤੁਸੀਂ ਦੇਖੋ ਬੜੇ ਧਿਆਨ ਨਾਲ ਲਿਖੀ ਹੋਈ ਹੈ। ਲਿਖਣ ਵਾਲੇ ਨੇ ਕਿੰਨੇ ਧਿਆਨ ਨਾਲ ਲਿਖਿਆ। ਇੱਕ ਇੱਕ ਲਾਈਨ ਵਿਆਕਰਨ ਅਨੁਸਾਰ ਲਿਖੀ ਹੋਈ ਹੈ। ਤਾਂ ਹੀ ਕਿ ਹੋਵੇ ਨਹੀਂ ਲਿਖਿਆ, ਹੋਵੇ। ਕਿਉਂਕਿ ਅੱਗੇ ਜਿਹੜਾ ਮੁਕਤ ਸ਼ਬਦ ਹੈ ਬੰਦਾ, ਉਹ ਇੱਕ ਵਚਨ ਹੈ ਮੁਕਤ, ਇਸ ਲਈ ਹੋਵੇ। ਜੇ ਮੁਕਤ ਬਹੁਵਚਨ ਹੁੰਦੇ ਫਿਰ ਹੋਵੇ ਨਹੀਂ ਸੀ ਉਹਨਾਂ, ਫਿਰ ਹੋਰ ਸਪੈਲਿੰਗ ਹੋਣੇ ਸਨ। ਇਸ ਲਈ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ ਤਿਹੀ ਹਾਹਿਰ ਬਿਹਾਰੀ ਬਿੰਦੀ ਰਾਣੀ। ਇਹ ਗਿਣਤੀ ਦੱਸਦੇ ਤਿੰਨ, ਤਿਹੀ ਤਿੰਨਾਂ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ, ਇਹਨੂੰ ਜਿਨ੍ਹਾਂ ਪੜ੍ਹਨਾ, ਨੰਨੇ ਦੇ ਪੈਰ 'ਚ ਹਾਹਾ ਲਾ ਕੇ ਤੇ ਕੰਨੇ ਨੂੰ ਬਿੰਦੀ ਲਾ ਕੇ ਪੜ੍ਹਨਾ। ਜਿਨ੍ਹਾਂ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਸਿਮਰਤੀਆਂ ਪੜ੍ਹੋ, ਸ਼ਾਸਤਰ ਪੜ੍ਹੋ, ਉਹ ਦੱਸਦੇ ਪੁੰਨ ਕੀ ਹੈ, ਪਾਪ ਕੀ ਹੈ। ਉਹ ਪੁੰਨ ਪਾਪ 'ਤੇ ਹੀ ਜ਼ਿਆਦਾ ਜ਼ੋਰ ਲਾਉਂਦੇ ਨੇ। ਜਿਹੜੀ ਤੱਤ ਦੀ ਗੱਲ ਹੈ ਵੀ ਪਰਮਾਤਮਾ ਦੀ ਪ੍ਰਾਪਤੀ ਦੀ, ਉਹ ਨਹੀਂ ਗੱਲ ਕਰਦੇ, ਪੁੰਨ ਪਾਪਾਂ ਦੀ ਗੱਲਾਂ ਕਰਦੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ,
ਸਿਮਰਤੀਆਂ ਤੇ ਸ਼ਾਸਤਰ ਪੁੰਨ ਪਾਪ ਦੀ ਵਿਚਾਰ ਕਰਦੇ ਨੇ, ਤਤੈ ਸਾਰ ਨਾ ਜਾਣੀ। ਪਰ ਨਾਮ ਦੀ ਜੋ ਮਹਿਮਾ ਸਾਰ ਹੁੰਦੀ, ਕੀਮਤ, ਨਾਮ ਦੀ ਜੋ ਕੀਮਤ ਹੈ ਉਹ ਜਾਣਦੇ ਹੀ ਨਹੀਂ ਹੈਗੇ। ਤਾਂ ਹੀ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ, ਫਿਰੇ ਜਿਉਂ ਬੇਤਾਲਿਆ। ਵੇਦਾਂ ਜੋ ਨਾਮ ਦੀ ਮਹਿਮਾ ਦਿੱਤੀ ਹੈ ਉਹ ਤਾਂ ਸੁਣਦੇ ਨਹੀਂ, ਕਮਲਿਆਂ ਦੀ ਤਰ੍ਹਾਂ ਫਿਰੀ ਜਾਂਦੇ ਨੇ। ਇਸ ਲਈ ਪਾਪ ਪੁੰਨ ਬਾਰੇ ਵਿਚਾਰਾਂ ਕਰਦੇ ਰਹਿੰਦੇ ਨੇ। ਇਹ ਨਹੀਂ ਕਿ ਪਾਪ ਖਤਮ ਕਿਵੇਂ ਹੋਵੇਗਾ, ਉਹ ਤਾਂ ਕਹਿੰਦੇ ਨਹੀਂ, ਜਿਹੜਾ ਤੁਸੀਂ ਕਰਮ ਕਰ ਲਿਆ ਬਸ ਭੋਗਣਾ ਪੈਣਾ। ਕਿਉਂਕਿ ਜਿਹੜਾ ਤੁਸੀਂ ਕਰਮ ਕਰ ਲਿਆ ਤਾਂ ਭੋਗਣਾ ਪੈਣਾ, ਫਿਰ ਤਾਂ ਜ਼ਿੰਦਗੀ ਨਰਕ ਬਣ ਕੇ ਰਹਿ ਜਾਏਗੀ। ਠੀਕ ਹੈ, ਕਰਮ ਅਸੀਂ ਭੋਗਦੇ ਹਾਂ, ਪਰ ਸਾਡੇ ਗੁਰੂਆਂ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਕਿ ਜੇ ਤੁਸੀਂ ਬਾਣੀ ਪੜ੍ਹੋ, ਜੇ ਤੁਸੀਂ ਨਾਮ ਜਪੋ, ਤੁਹਾਡੇ ਮਾੜੇ ਕਰਮ ਮਾਫ ਹੋ ਸਕਦੇ ਨੇ। ਪਿਛਲੇ ਔਗਣ ਬਖਸ਼ ਲੈ, ਪ੍ਰਭ ਅੱਗੇ ਮਾਰਗ ਪਾਵੇ। ਪਾਉਂਦੇ ਨੇ ਪਰਮਾਤਮਾ। ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ, ਇੱਕ ਨਹੀਂ, ਇਹ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦੇ ਹੈ। ਕਰੋੜਾਂ ਪਾਪਾਂ ਦਾ ਨਾਸ਼ ਕਰਦਾ ਪਰਮਾਤਮਾ ਦੇ ਨਾਮ 'ਚ ਇੰਨੀ ਤਾਕਤ ਹੈ। ਪਾਪਾਂ ਕਾਰਨ ਹੀ ਦੁੱਖ ਹੈ। ਪਾਪ ਕਿਉਂ ਕੀਤੇ ਅਸੀਂ? ਮਾੜੇ ਕੰਮ ਕੀਤੇ, ਮਾੜੇ ਕੰਮਾਂ ਨੂੰ ਪਾਪ ਕਹਿੰਦੇ ਨੇ। ਹੁਣ ਪਿੱਛੇ ਅਸੀਂ ਅਗਿਆਨੀ ਸੀ, ਹੋ ਗਏ ਮਾੜੇ ਕੰਮ, ਹੋ ਗਏ ਪਾਪ। ਹੁਣ ਆਮ ਧਰਮ ਕੀ ਕਹਿੰਦਾ? ਇਹ ਤਾਂ ਹੁਣ ਤੁਹਾਨੂੰ ਭੋਗਣੇ ਪੈਣਗੇ, ਇਹ ਭੋਗਣੇ ਪੈਣਗੇ। ਇਹ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਿ ਕਰਮ ਭੋਗੇ ਬਿਨਾਂ ਖੜਾ ਨਹੀਂ ਛੁੱਟਣਾ। ਪਰ ਨਹੀਂ, ਬਾਣੀ ਕਹਿੰਦੀ ਠੀਕ ਹੈ, ਪਰਮਾਤਮਾ ਕਹਿੰਦਾ ਤੁਸੀਂ ਜੋ ਕਰਮ ਕੀਤੇ ਉਹਨਾਂ ਨੂੰ ਵੇਖ ਕੇ ਮੈਂ ਤੁਹਾਡੀ ਕਿਸਮਤ ਲਿਖ ਦਿੱਤੀ ਹੈ। ਠੀਕ ਹੈ, ਅਗਰ ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ ਤਾਂ ਮੈਂ ਸੰਸਾਰ 'ਤੇ ਗੁਰੂ, ਸਾਧੂ, ਪੈਗੰਬਰ, ਪੀਰ, ਫਕੀਰ ਇਹ ਭੇਜ ਰਿਹਾ ਹਾਂ। ਇਹ ਮੇਰੀ ਲਿਖਤ ਨੂੰ ਬਦਲ ਸਕਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਿਸਮਤ ਮਾੜੀ ਹੈ, ਤੁਸੀਂ ਉਸ ਨੂੰ ਬਦਲਣਾ ਚਾਹੁੰਦੇ ਹੋ, ਤਾਂ ਜਾਂ ਕਿਸੇ ਬ੍ਰਹਮ ਗਿਆਨੀ ਕੋਲੇ ਜਾਓ ਅਤੇ ਜਾਂ ਫਿਰ ਗੁਰੂ ਕੋਲੇ ਜਾਓ। ਹੁਣ ਬ੍ਰਹਮ ਗਿਆਨੀ ਕਿੱਥੋਂ ਲੱਭਦੇ ਫਿਰੀਏ? ਕੀ ਗਰੰਟੀ ਹੈ ਵੀ ਸਾਧ ਬ੍ਰਹਮ ਗਿਆਨੀ ਹੈ ਵੀ ਕਿ ਨਹੀਂ ਹੈਗੀ? ਕੀ ਇਹ ਸਾਨੂੰ ਮੁਕਤ ਕਰਨ ਦੇ ਯੋਗ ਵੀ ਹੈ ਕਿ ਨਹੀਂ ਹੈ? ਕੀ ਆਪ ਮੁਕਤ ਹੈ ਕਿ ਨਹੀਂ ਹੈ? ਪਰ ਗੁਰੂ ਤੇ ਹੈ ਨਾ, ਸਾਡਾ ਗੁਰੂ ਬਾਣੀ ਹੈ। ਬਾਣੀ ਨੇ ਸਾਡੀ ਕਿਸਮਤ ਬਦਲਣੀ ਹੈ। ਇਸ ਲਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਆਪਣੀ ਕਿਸਮਤ ਬਦਲ ਲਓ। ਇਹ ਨਹੀਂ ਕਿ ਪ੍ਰੋਵੀਜ਼ਨ ਨਹੀਂ ਹੈਗੀ, ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ। ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ, ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਹਰ ਲੜਾਈ ਦਾ ਵੀ ਹੱਲ ਹੁੰਦਾ ਹੈ। ਅਗਰ ਕੋਈ ਹੱਲ ਕਰਨਾ ਚਾਹੇ ਅਤੇ ਜੇ ਪਈ ਹੈ ਉਹ ਫਿਰੇ ਨੱਥ ਕਢਾਉਣ ਨੂੰ ਅਤੇ ਉਹ ਫਿਰ ਨੱਕ ਵਢਾਉਣ ਨੂੰ, ਫਿਰ ਤਾਂ ਨਹੀਂ ਗੱਲ ਬਣਨੀ। ਪਹਿਲਾਂ ਨਾ ਨੱਥ ਇੱਕ ਗਹਿਣਾ ਹੁੰਦਾ ਸੀ, ਇੱਥੋਂ ਲੈ ਕੇ ਕੰਨ ਤੱਕ ਪਾਇਆ ਜਾਂਦਾ ਸੀ। ਉਹ ਫਿਰ ਨੱਥ ਕਢਾਉਣ ਨੂੰ ਵੀ ਚੱਲ ਮੈਂ ਨਾ ਆਪਣੀ ਘਰ ਵਾਲੀ ਇੱਕ ਨੱਥ ਬਣਾ ਦਿਆਂ ਸੋਨੇ ਦਾ ਗਹਿਣਾ। ਉਹ ਕਹਿੰਦੇ ਮੈਂ ਤੇਰੀ ਨੱਥ ਨਹੀਂ ਪਾਉਣੀ, ਮੈਂ ਨੱਕ ਹੀ ਵਢਾ ਦੂੰ। ਉਹ ਤਾਂ ਫਿਰ ਕੀ ਹੋ ਸਕਦਾ? ਸਮਝੌਤਾ ਕਰਨ ਲਈ ਤਿਆਰ ਹੀ ਨਹੀਂ ਹੈਗੇ। ਨਹੀਂ ਤਾਂ ਐਸੀ ਕਿਹੜੀ ਸਮੱਸਿਆ ਜਿਹੜੀ ਨਹੀਂ ਹੱਲ ਹੋ ਸਕਦੀ? ਵਿੱਚ ਦੋ ਚਾਰ ਬੰਦੇ ਪੈ ਜਾਣ, ਮੀਆਂ ਬੀਬੀ ਦੀ ਕਈ ਵਾਰੀ ਆਪਸ 'ਚ ਨਹੀਂ ਬਣਦੇ, ਠੀਕ ਨਹੀਂ ਬਣਦੇ, ਦੋਨੋਂ ਪਰਿਵਾਰ ਆਪਸ 'ਚ ਬੈਠਣ, ਆਰਾਮ ਨਾਲ ਗੱਲ ਕਰਨ, ਇੱਕ ਪਾਸੜ ਗੱਲ ਨਾ ਕਰਨ। ਕੋਈ ਸਮੱਸਿਆ ਹੈ ਉਹਨੂੰ ਬੈਠ ਕੇ ਹੱਲ ਕਰ ਲੈਣ। ਲੜਕੀ ਕਹਿੰਦੀ ਮੈਨੂੰ ਜੀ ਇਹ ਤਕਲੀਫ ਹੈ ਇੱਥੇ, ਉਹ ਸੱਚੋ ਸੱਚ ਦੱਸੋ ਜੀ। ਅਗਰ ਹੈ ਉਹ ਕਹਿੰਦੇ ਕੋਈ ਨਹੀਂ ਭਾਈ ਬੋਲ ਤੂੰ ਕੀ ਚਾਹੁੰਦੀ ਹੈ। ਜਿਵੇਂ ਇੱਕ ਲੜਕੀ ਪੇਕੇ ਚਲੀ, ਰੁੱਸ ਕੇ ਬਹਿ ਗਈ। ਉਹ ਕਹਿੰਦੇ ਮੁੰਡੇ ਵਾਲੇ ਗਏ ਭਾਈ ਕੀ ਤਕਲੀਫ ਹੈ? ਕੁੜੀ ਦਾ ਬਾਪ ਵੀ ਕਹਿੰਦਾ ਵੀ ਦੱਸ ਤੈਨੂੰ ਕੀ ਤਕਲੀਫ ਹੈ? ਕਹਿੰਦੇ ਮੈਨੂੰ ਤਕਲੀਫ ਤਾਂ ਕੋਈ ਨਹੀਂ। ਕਹਿੰਦੇ ਫਿਰ ਤੂੰ ਕਿਉਂ ਆਈ ਹੈ ਇੱਥੇ ਪੇਕੇ? ਮੈਂ ਅੱਡ ਹੋਣਾ, ਮੈਂ ਅੱਡ ਹੋਣਾ। ਬਾਪ ਕੁੜੀ ਨੂੰ ਲੈ ਕੇ ਮੁੰਡੇ ਕੋਲ ਆ ਗਿਆ ਜਦੋਂ ਵਿਆਹ ਸੀ। ਕਹਿੰਦੇ ਕਾਕਾ ਵੀ ਇਹ ਮੇਰੀ ਕੁੜੀ ਨਾਲ ਅੱਡ ਹੋਣਾ ਚਾਹੁੰਦੀ। ਉਹ ਕਹਿੰਦੇ ਦੇਖੋ ਡੈਡੀ ਜੀ ਮੇਰੀ ਗੱਲ ਸੁਣ, ਕੱਲਾ ਕੱਲਾ ਮੈਂ ਮੁੰਡਾ, ਮੇਰੇ ਮਾਤਾ ਪਿਤਾ ਬਜ਼ੁਰਗ ਨੇ, ਮੈਂ ਉਹਨਾਂ ਤੋਂ ਹੁਣ ਅੱਡ ਹੁੰਦਾ ਚੰਗਾ ਲੱਗਦਾ? ਇਹਨੂੰ ਕੋਈ ਜੇ ਮੇਰੇ ਮਾਂ ਪਿਓ ਇਹਨੂੰ ਕੁਛ ਕਹਿੰਦੇ ਨੇ ਮੈਨੂੰ ਦੱਸੇ। ਮੈਂ ਆਪਣੇ ਮਾਂ ਪਿਓ ਨੂੰ ਕਹਿੰਦੇ ਭਾਈ ਤੁਸੀਂ ਮੇਰੀ ਘਰ ਨੂੰ ਕੁਛ ਨਾ ਕਿਹਾ ਕਰ, ਆਪਣਾ ਰੋਟੀ ਪਾਣੀ ਖਾਓ।
ਨਹੀਂ ਕਹਿੰਦੇ ਤਾਂ ਕੁਛ ਨਹੀਂ। ਇਹ ਦੱਸੋ, ਦੇਖੋ ਮੇਰੇ ਕੋਲ ਅਰਦਾਸ ਕਰਾਉਣਾ ਹੈ, ਨਹੀਂ ਜੀ ਕਹਿੰਦੇ ਤਾਂ ਮੈਂ ਬਸ ਅੱਡ ਹੋਣਾ। ਵੀ ਇਹ ਕੋਈ ਗੱਲ ਬਣੀ? ਬਈ ਘਰ ਵਾਲਾ ਤੈਨੂੰ ਕੁਛ ਨਹੀਂ ਕਹਿ ਰਿਹਾ, ਸੱਸ ਸਹੁਰਾ ਤੈਨੂੰ ਕੁਛ ਨਹੀਂ ਕਹਿ ਰਿਹਾ, ਵੀ ਤੂੰ ਅੱਡ ਹੋ ਕੇ ਤਾਂ ਕਿੰਨਾ ਬਾਜ, ਮੈਂ ਨਹੀਂ ਨਾਰਨ, ਮੈਂ ਤਾਂ ਅੱਡ ਹੋਣਾ। ਇਹ ਫਿਰ ਕੀ ਹੱਲ ਨਿਕਲ ਸਕਦਾ ਹੈ? ਹੁਣ ਬੜਾ ਬੰਦਾ ਦੁਚਿੱਤੀ ਚਾਹੁੰਦਾ, ਕਰੇ ਕੀ? ਨਾ ਘਰ ਵਾਲੀ ਛੱਡ ਹੁੰਦੀ ਹੈ, ਨਾ ਮਾਂ ਬਾਪ ਛੱਡ ਹੁੰਦੇ ਨੇ। ਇਹ ਸੱਪ ਦੇ ਮੂੰਹ 'ਚ ਕੋੜ ਕਿਰਲੀ, ਖਾਏ ਤਾਂ ਅੰਨਾ, ਛੱਡੇ ਤਾਂ ਕੋੜੀ। ਕਹਾਵਤ ਐਵੇਂ ਨਹੀਂ ਬਣੀ। ਸੱਪ ਦੇ ਮੂੰਹ 'ਚ ਕੋੜ ਕਿਰਲੀ ਆ ਗਈ। ਹੁਣ ਜੇ ਤਾਂ ਛੱਡਦਾ, ਚੱਲ ਚੱਲ ਵੱਡਾ ਸੱਪ ਬਣਿਆ ਫਿਰਦਾ, ਉਹ ਛੁੱਟ ਗਿਆ ਤੇਰੇ ਤੋਂ। ਜੇ ਖਾਂਦਾ ਤਾਂ ਇੰਨਾ ਹੁੰਦਾ, ਖਾਂਦਾ ਤਾਂ ਇੰਨਾ ਹੁੰਦਾ, ਛੱਡੇ ਤਾਂ ਕੋੜੀ, ਜਾ ਕੋੜੀ ਆ ਤੇਰੇ ਤੋਂ ਜਿਹੜੇ ਕਿਰਲੀ ਭੱਜ ਗਈ। ਹਾਂਜੀ, ਸੋ ਕਈ ਵਾਰੀ ਬੰਦਾ ਬੜੀ ਅਜੀਬ ਸਥਿਤੀ ਹੋ। ਜੇ ਹਾਂ ਸਮਝੌਤਾ ਨਹੀਂ ਕਰਨਾ, ਹੱਲ ਹੀ ਨਹੀਂ ਕਰਨਾ, ਨਹੀਂ ਤਾਂ ਹਰ ਕੀ ਦਾ ਹੱਲ ਹੈ। ਪਰਮਾਤਮਾ ਨੇ ਸਾਡੀ ਕਿਸਮਤ ਲਿਖਤੀ ਹੈ, ਮੰਨਦੇ ਹਾਂ ਅਸੀਂ, ਜਿਹੋ ਜਿਹੇ ਕਰਮ ਕੀਤੇ ਲਿਖਤੀ। ਪਰ ਜੇ ਅਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਤਾਂ ਹੱਲ ਵੀ ਗੁਰਬਾਣੀ ਦਿੱਤਾ ਹੋਇਆ। ਇਹ ਨਹੀਂ ਹੁਣ ਗੁਰਬਾਣੀ ਕਹਿੰਦੇ ਠੀਕ ਹੈ ਗ੍ਰਹਿ ਹੁੰਦੇ ਨੇ, ਗੁਰਬਾਣੀ ਇਹ ਨਹੀਂ ਕਹਿੰਦੇ ਗ੍ਰਹਿ ਨਹੀਂ ਹੁੰਦੇ, ਪਰ ਗੁਰਬਾਣੀ ਕਹਿੰਦੀ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਗੁਰੂ ਨੇ ਆਪਣੇ ਨਾਮ ਦੀ ਦਾਤ ਦੇ ਕੇ ਸਾਰੇ ਗ੍ਰਹਿ ਹੀ ਦੂਰ ਕਰਤੇ। ਬਾਣੀ ਪੜ੍ਹੀ ਜੋ ਗ੍ਰਹਿ ਦੂਰ ਹੋ ਜਾਣਗੇ, ਕੀ ਲੋੜ ਹੈ ਭਟਕੀ ਜਾਣ ਦੀ। ਪੁਰਾਤਨ ਸਿੱਖ ਬਾਣੀ ਪੜ੍ਹਦੇ ਸਨ, ਇਸ ਲਈ ਕਿਸੇ ਗ੍ਰਹਿ ਗੁਰੂ ਨੂੰ ਮੰਨਦੇ ਹੀ ਨਹੀਂ ਸੀ। ਹੁਣ ਕਿਉਂ? ਬਾਣੀ ਪੜ੍ਹ ਕੇ ਸਾਰੇ ਗ੍ਰਹਿ ਹੀ ਖਤਮ ਹੋ ਜਾਂਦੇ, ਮੰਨਣਾ ਕਿਸੇ ਨੂੰ ਕੀ ਹੈ, ਗ੍ਰਹਿ ਹੀ ਖਤਮ ਹੋ ਜਾਂਦੇ। ਅੱਜ ਤਾਂ ਸਿੱਖ ਬਾਣੀ ਪੜ੍ਹਦਾ ਨਹੀਂ, ਪੜ੍ਹਦਾ ਮਗਰ ਭੱਜਿਆ ਫਿਰਦਾ, ਭੱਜੇ ਫਿਰੋ ਬਈ। ਉਹ ਆਪਣੀ ਥਾਂ 'ਤੇ ਠੀਕ ਨੇ, ਤੂੰ ਤੇਰੇ ਗੰਡ ਮੂਲ 'ਚ ਹੈ ਜੀ, ਤੇਰੇ ਕਾਲ ਸਰਪ ਯੋਗ ਹੈ ਜੀ, ਤੈਨੂੰ ਜਿਹੜਾ ਸ਼ਨੀ ਦਾ ਗ੍ਰਹਿ ਹੈ ਜੀ, ਤੈਨੂੰ ਫਲਾਣਾ ਹੈ ਜੀ। ਹਾਂ, ਉਹ ਆਪਣੀ ਥਾਂ 'ਤੇ ਠੀਕ ਨੇ। ਪੱਤਰੀ ਕਹਿੰਦੀ ਹੈ ਹੁੰਦੇ ਨੇ, ਮੈਂ ਨਹੀਂ ਕਿ ਨਹੀਂ ਹੁੰਦੇ, ਪਰ ਗੁਰਬਾਣੀ ਦੇ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਨਾਮ ਜਪੋ ਸਾਰੇ ਗ੍ਰਹਿ ਦੂਰ ਹੋ ਜਾਣਗੇ। ਗ੍ਰਹਿਆਂ ਕਾਰਨ ਹੀ ਰੁਕਾਵਟਾਂ ਪੈ ਰਹੀਆਂ, ਕੰਮਾਂ 'ਚ ਮੁਸੀਬਤਾਂ ਖੜੀਆਂ ਨੇ, ਉਹ ਦੂਰ ਕਰ ਲਓ, ਦੂਰ ਕਰ ਲਓ। ਨਾਮ ਜਪ ਜਪ ਕੇ ਜਿੰਨੇ ਮਗਰ ਪਾਪ ਹੋ ਗਏ ਨੇ ਸਾਰੇ ਸਾਥ ਧੋ ਦਿਓ, ਸਾਰੇ ਧੋ ਦਿਓ। ਨਾ ਪਾਪ ਰਹੇ ਨਾ ਉਹਦਾ ਦੁੱਖ ਰਹੇ, ਆਪੇ ਕਿਸਮਤ ਬਦਲ ਗਈ, ਬਦਲ ਗਈ। ਕੋਈ ਰੁਕਾਵਟ ਪੈ ਰਹੀ ਹੈ, ਕਿਸੇ ਮਹਾਂਪੁਰਖ ਦਾ ਅਸੀਂ ਸ਼ਬਦ ਦਿੰਦੇ ਹਾਂ, ਆ ਲੈ ਕਰ ਪਾਠ, ਤੇਰੀ ਰੁਕਾਵਟ ਦੂਰ ਹੋ ਜਾਏਗੀ। ਹਾਂ ਜੀ, ਬੜੀ ਕਿਰਪਾ ਹੋ ਗਈ ਬਾਬਾ ਜੀ, ਬੜੀ ਕਿਰਪਾ ਹੋ ਗਈ। ਕਈ ਬੜਾ ਧੰਨਵਾਦ ਕਰਦੇ ਨੇ। ਇੱਕ ਦਾ ਕੰਮ ਹੋ ਗਿਆ, ਉਹਨੇ ਮੈਨੂੰ 51,000 ਰੁਪਈਆ ਭੇਜਿਆ। ਮੈਂ ਕਿਹਾ ਬਈ ਕੀ ਕਹਿੰਦਾ ਬਾਬਾ ਜੀ ਬਸ ਸਾਡਾ ਐਡਾ ਵੱਡਾ ਕੰਮ ਹੋ ਰਿਹਾ ਤੁਹਾਡੇ ਪਾਠ ਨਾਲ, ਸਾਨੂੰ ਤਾਂ ਉਮੀਦ ਹੀ ਨਹੀਂ ਸੀ ਵੀ ਇਹ ਵੀ ਕਦੇ ਹੋ ਜਾਏਗਾ ਹੈ, ਇਸ ਲਈ ਮੈਂ ਤੁਹਾਨੂੰ 51,000 ਭੇਜ ਰਿਹਾ, ਜੋ ਮਰਜ਼ੀ ਹੈ ਤੁਸੀਂ ਇਸ ਦਾ ਖਰੀਦ ਕੇ ਪਾ ਲਓ, ਜੋ ਮਰਜ਼ੀ ਕਰ ਲਓ। ਮੈਂ ਯਾਰ ਇਹਨੇ ਕੀ ਕਰਨੇ ਨੇ? ਕਿ ਬਸ ਜੀ ਮੈਂ ਤਾਂ ਭੇਜਦੇ ਨੇ, ਬਸ ਜੇ ਮਰਜ਼ੀ ਇਹਨੂੰ ਵਰਤੋ। ਇਹਨਾਂ ਧੰਨਵਾਦ ਵੀ ਕਰਦੇ ਨੇ, ਹਾਂਜੀ ਕੰਮ ਹੋ ਗਏ ਨੇ, ਬਾਣੀ ਹੈ। ਹੋਰ ਮੈਂ ਤਾਂ ਨਹੀਂ ਕੰਮ ਕੀਤੇ, ਮੈਂ ਨਹੀਂ ਕੰਮ ਕੀਤੇ, ਤੁਹਾਡੇ ਕਾਰਜ ਬਾਣੀ ਨੇ ਸਵਾਰੇ। ਸਿਰਫ ਮੈਂ ਤਾਂ ਇੰਨਾ ਪਤਾ, ਮੈਨੂੰ ਪਤਾ ਸੀ ਕਿ ਇਹਦਾ ਕਾਰਜ ਕਿਹੜੀ ਬਾਣੀ ਨਾਲ ਸੰਵਰੇਗਾ, ਬਸ ਮੈਂ ਤਾਂ ਉਹ ਪੜ੍ਹ ਦਿੰਦਾ, ਬਸ ਮੈਂ ਇੰਨਾ ਹੀ ਹੈ। ਬਾਣੀ ਹੈ, ਬਾਣੀ ਪੜ੍ਹਦੇ ਰਹਿ ਕਰੋ, ਨਾਮ ਜਪੋ, ਮੌਜਾਂ ਕਰੋ, ਹੋਰ ਤੇ ਕੀ ਹੈ। ਐਵੇਂ ਧੱਕੇ ਧੋੜੇ ਜਿਹੇ ਜ਼ਿੰਦਗੀ ਖਾਈ ਜਾਂਦਾ, ਕੋਈ ਫਾਇਦਾ ਨਹੀਂ। ਪਰ ਲੋਕਾਂ ਦੇ ਸ਼ਰਾਬ ਪੀਣ ਤੋਂ ਵੇਲ ਨਹੀਂ ਹੈਗਾ। ਬਾਣੀ ਕਿੰਨੇ ਪੜ੍ਹਨੀ, ਵੇਲ ਲੱਗੇਗੀ ਤੇ ਪੜ੍ਹੇਗੀ। ਕੱਲ੍ਹ ਮੈਂ ਆ ਰਿਹਾ ਕਾਰ 'ਤੇ, ਪਰਸੋਂ ਇੱਕ ਪਿੰਡ ਚੱਲਾਂ, ਅੱਗੇ ਹੈ ਇੱਕ ਜਾ ਰਿਹਾ, ਕਦੇ ਸੜਕ 'ਤੇ ਇਹ ਐਂ ਨੂੰ ਹੁੰਦਾ, ਕਦੇ ਐਂ। ਮੈਂ ਉਹਨੂੰ ਕਿਹਾ ਸਦਾ ਬਲਜੀਤ, ਮੈਂ ਭਰਾਵਾ ਧਿਆਨ ਨਾਲ ਚਲਾਈ, ਹੇਠਾਂ ਆ ਗਿਆ ਸਿਆਪਾ ਸਾਡੇ ਲਈ ਖੜਾ ਹੋ ਜਾਣਾ ਹੈ। ਇਹ ਅੱਡ ਇੱਕ ਡੋਲੇ, ਪਤਾ ਨਹੀਂ ਗੋਲੀਆਂ ਖਾਧੀਆਂ ਨੇ ਕਿ ਕੀ ਖਾਧਾ ਨੇ, ਕਦੇ ਐਂ ਕਰੇ ਕਦੇ ਐਂ ਕਰੇ। ਲੈ ਇਹ ਜਿਹਨੇ ਬਾਣੀ ਪੜ੍ਹਨੀ, ਇਹਨਾਂ ਲੋਕਾਂ ਨੂੰ ਪਤਾ ਨਹੀਂ ਬਾਣੀ ਕੀ ਹੁੰਦੀ ਹੋਣੀ ਹੈ। ਉਹ ਕਹਿੰਦੇ ਨੇ ਇਹ ਕੀ ਬਲਾ ਹੁੰਦੀ ਹੈ ਜੀ, ਉਹਨਾਂ ਦਾ ਪਤਾ ਨਹੀਂ ਵੀ ਇਹ ਕੀ ਹੁੰਦੀ ਹੈ। ਜਿਵੇਂ ਇੱਕ ਬੀਬੀ ਆ ਗਈ, ਬਾਬਾ ਜੀ ਬਹੁਤ ਸਾਨੂੰ ਇਨਕਮ ਹੈ, ਐਵੇਂ ਕਹੀਏ, ਪਰ ਨਾ ਜੀ ਜਿਹੜਾ ਹੈ ਬਰਕਤ ਨਹੀਂ ਹੈ। ਮੈਂ ਬੀਬੀ ਕਦੇ ਦਸਵੰਧ ਕੱਢਿਆ? ਕਹਿੰਦੀ ਉਹ ਕੀ ਹੁੰਦਾ ਹੈ ਜੀ? ਕਹਿੰਦੀ ਉਹ ਕੀ ਹੁੰਦਾ ਹੈ? ਮੈਂ ਕਿਹਾ ਉਂਝ ਤਾਂ ਇਹ ਜੀ ਜਿੰਨੀ ਤੁਹਾਨੂੰ ਆਮਦਨ ਹੈ ਨਾ, ਖਰਚਾ ਕੱਢ ਕੇ ਜਿੰਨੀ ਤੁਹਾਨੂੰ ਬੱਚਤ ਹੈ। ਦੇਖੋ ਤੁਸੀਂ ਮੰਨ ਲਓ ਕਾਰਖਾਨਾ ਲਾਇਆ ਹੈ, ਕੋਈ ਚੀਜ਼ ਤਿਆਰ ਕਰ ਰਹੇ ਹੋ,
ਸਮਾਨ ਖਰੀਦਿਆ, ਨੌਕਰਾਂ ਨੂੰ ਕਰਮਚਾਰੀ ਨੂੰ ਤਨਖਾਹਾਂ ਦਿੱਤੀਆਂ, ਫਿਰ ਤੁਸੀਂ ਦੇਖੋ ਸਾਰੇ 'ਚ ਤੁਹਾਨੂੰ ਸਾਲ 'ਚ ਕਿੰਨਾ ਬਚਿਆ। ਮੰਨ ਲਓ ਤੁਹਾਨੂੰ 10 ਲੱਖ ਬਚਿਆ, ਉਹ 'ਚ 1 ਲੱਖ ਤੁਸੀਂ ਗੁਰੂ ਘਰ ਨੂੰ, ਜਾਂ ਜੇ ਹਿੰਦੂ ਹੋ ਤਾਂ ਆਪਣੇ ਮੰਦਰ ਨੂੰ, ਜਿੱਥੇ ਮਰਜ਼ੀ ਦਿਓ, 10ਵਾਂ ਹਿੱਸਾ। ਪਰ ਚਲੋ ਮੰਨ ਲਓ ਤੁਸੀਂ 10ਵਾਂ ਹਿੱਸਾ ਨਹੀਂ ਵੀ ਦਾਨ ਕਰ ਸਕਦੇ, 1 ਲੱਖ ਨਹੀਂ ਕਰਦੇ, 50,000, 20,000, 10,000, ਕੁਝ ਤਾਂ ਕਰੋ, ਕੁਝ ਕਰੋ, ਗੁਰੂ ਲਈ ਕੱਢੋ, ਫਿਰ ਤੁਹਾਡੇ ਆਪੇ ਕੰਮ 'ਚ ਬਰਕਤ ਹੋ ਜਾਏਗੀ। ਸੋ ਕਈਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਇਹ ਦਸਾਂ ਦੀ ਕੀ ਬਲਾ ਹੁੰਦੀ ਹੈ। ਸਤਸੰਗ ਕਰਨੀ ਨਹੀਂ, ਗੁਰਦੁਆਰੇ ਕਦੇ ਕਥਾ ਵਾਰਤਾ ਨਹੀਂ ਸੁਣਨੀ, ਗਿਆਨ ਕਿੱਥੋਂ ਹੋਵੇ। ਸੋ ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ ਸਾਨੂੰ ਕਿ ਸਿਮਰਤੀਆਂ ਅਤੇ ਸ਼ਾਸਤਰ ਪਾਪ ਪੁੰਨ ਦੀ ਵਿਚਾਰ ਕਰਦੇ ਨੇ, ਇਹ ਨਾਮ ਦੀ ਸਾਰ, ਨਾਮ ਦੀ ਮਹਿਮਾ ਨੂੰ ਨਹੀਂ ਜਾਣਦੇ। ਤਤੈ ਸਾਰ ਨਾ ਜਾਣੀ ਗੁਰੂ ਵਾਜੋਂ, ਇਹ ਨਾਮ ਦੀ ਜਿਹੜੀ ਕਦਰ ਹੈ ਨਾ, ਇਹ ਗੁਰੂ ਤੋਂ ਬਿਨਾਂ ਨਹੀਂ ਪਤਾ ਲੱਗਦੀ। ਆ ਬਾਣੀ ਹੀ ਸਾਨੂੰ ਨਾਮ ਦੀ ਮਹਿਮਾ ਦੱਸ ਰਹੀ ਹੈ ਨਾ। ਜੇ ਨਾਮ ਦੀ ਮਹਿਮਾ ਕਿਸੇ ਨੇ ਪੜ੍ਹਨੀ, ਸੁਖਮਨੀ ਦੇ ਪਹਿਲੀਆਂ 2 ਅਸ਼ਟਪਦੀਆਂ ਪਹਿਲੇ ਧਿਆਨ ਨਾਲ, ਵੀ ਨਾਮ ਜਪਣ ਦੇ ਕਿਤਨੇ ਲਾਭ ਨੇ। 70 ਲਾਭ ਦਿੱਤੇ ਨੇ ਪਹਿਲੀਆਂ 2 ਅਸ਼ਟਪਦੀਆਂ, 70, ਇੱਕ ਅੱਧਾ ਵੀ ਨਹੀਂ। ਵੀ ਨਾਮ ਜਪਣ ਦੇ 70 ਲਾਭ ਹੁੰਦੇ ਨੇ, ਫਿਰ ਵੀ ਲੋਕ ਨਾਮ ਨਹੀਂ ਜਪਦੇ, ਫਿਰ ਕੀ ਕੀਤਾ ਜਾਵੇ ਵੀ। ਤਤੈ ਸਾਰ ਨਾ ਜਾਣੀ ਗੁਰੂ ਵਾਜੋਂ, ਤਤੈ ਸਾਰ ਨਾ ਜਾਣੀ। ਕਹਿੰਦੇ ਗੁਰੂ ਤੋਂ ਬਿਨਾਂ ਨਾਮ ਦੀ ਕਦਰ ਹੀ ਨਹੀਂ ਪਤਾ। ਅਲਾ ਕਹਿੰਦੇ ਇਹਨੂੰ ਸਾਰ ਹੀ ਨਹੀਂ ਪਤਾ, ਇਹਨੂੰ ਕਦਰ ਹੀ ਨਹੀਂ ਪਤਾ, ਇਹਨੂੰ ਕੀਮਤ ਦਾ ਹੀ ਨਹੀਂ ਪਤਾ ਵੀ ਨਾਮ ਦੀ ਕੀਮਤ ਕੀ ਹੈ। ਇਹੀ ਮਰਦਾਨਾ ਜੀ ਕਈ ਵਾਰੀ ਪੁੱਛਿਆ ਕਰਦੇ ਗੁਰੂ ਨਾਨਕ ਦੇਵ ਕਿ ਮਹਾਰਾਜ ਜੀ ਤੁਸੀਂ ਇਹਨਾਂ ਲੋਕਾਂ ਨੂੰ ਕਹਿੰਦੇ ਨਾਮ ਜਪਿਆ ਕਰੋ, ਨਾ ਇਹ ਜਪਦੇ ਕਿਉਂ ਨਹੀਂ? ਕਹਿੰਦੇ ਮਰਦਾਨਾ ਜੀ ਇਹਨਾਂ ਨਾਮ ਦੀ ਮਹਿਮਾ ਦਾ ਹੀ ਨਹੀਂ ਪਤਾ, ਇਹਨਾਂ ਨਾਮ ਦੀ ਮਹਾਨਤਾ ਦਾ ਹੀ ਨਹੀਂ ਪਤਾ। ਮਹਾਨਤਾ ਪਤਾ ਲੱਗੇ ਤਾਂ ਨਾਮ ਜਪਣਗੇ, ਤਾਂ ਅਸੀਂ ਥਾਂ ਥਾਂ 'ਤੇ ਜਾ ਕੇ ਨਾਮ ਦੀ ਮਹਿਮਾ ਕਹਿੰਦੇ ਭਾਈ ਨਾਮ ਜਪੋ, ਤੁਹਾਡਾ ਆਹ ਕੁਛ ਹੋਵੇਗਾ। ਲਿਖਤੀ ਰੂਪ 'ਚ ਅਗਲਾ ਦਿੱਤਾ ਹੋਇਆ ਬਾਣੀ 'ਚ ਵੀ ਨਾਮ ਜਪੋ ਤੁਹਾਨੂੰ ਆਹ ਕੁਛ ਹੋਏਗਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ। ਉਹ ਤ੍ਰੈ ਕਾਲਦਰਸ਼ੀ ਬੰਦਾ ਹੋ ਜਾਂਦਾ, ਹਰ ਪ੍ਰਕਾਰ ਦੀ ਸੋਝੀ ਹੋ ਜਾਂਦੀ ਨਾਮ ਜਪ ਜਪ ਕੇ। ਕੋਈ ਲੈ ਲਓ 2-4 ਲਾਈਨਾਂ ਜਿਹੜੀ ਤੁਹਾਨੂੰ ਯਾਦ ਨੇ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਜਮਾਂ ਦੇ ਨਹੀਂ ਡਰ ਰਹਿੰਦਾ, ਪ੍ਰਭ ਕੈ ਸਿਮਰਨ ਪੂਰਨ ਅਸ, ਇੱਛਾ ਪੂਰੀ ਹੋ ਜਾਏਗੀ। ਕਰੋ ਤਾਂ ਸਹੀ, ਕਰੇ ਕੌਣ? ਕਰੇ ਕੋਈ ਤੇ ਫਾਇਦਾ ਹੋ ਜਾਏ ਮੈਨੂੰ। ਮਨੁੱਖ ਦਾ ਇਹ ਹੈ, ਇਹ ਪਾਠ ਨਹੀਂ ਕਰਕੇ ਰਾਜੀ। ਇਹ ਨਾ ਕਹਿੰਦਾ ਗੁਰੂ ਮਹਾਰਾਜ ਜੀ ਪੈਸੇ ਲੈ ਲਓ, ਬਸ ਮੇਰਾ ਕੰਮ ਕਰ ਦਿਓ। ਬੋਲੋ ਕਿੰਨਾ ਮੱਥਾ ਟੇਕਾਂ, 1000, 2000, 10,000 ਟੇਕ ਦੇਣਾ। ਇੱਕ ਕਹਿੰਦਾ ਮੈਂ ਨਹੀਂ ਬਾਬਾ ਜੀ ਕੋਲੇ ਜਾਂਦਾ। ਕਹਿੰਦੇ ਉਹਦੀ ਮਾਂ ਕਹਿੰਦੀ ਕਿਉਂ? ਕਹਿੰਦੇ ਉਹਦਾ ਪਾਠ ਦਿੰਦੇ ਨੇ ਵੀ ਇਹ ਤਾਂ ਮਤਲਬ ਬਾਬੇ ਉਹ ਜੀ ਝੁਰਰੂ ਫੇਰਦੇ ਨੇ, ਤੈਨੂੰ ਹਵਾਈ ਜਹਾਜ਼ ਦੀ ਟਿਕਟ ਲੈ ਦੇਣ ਕੈਨੇਡਾ ਦੀ। ਹਾਂਜੀ, ਕਹਿੰਦਾ ਨਾ ਮੈਂ ਨਹੀਂ ਜਾਂਦਾ। ਕਹਿੰਦੇ ਉਹਦੇ ਪਾਠ ਦਿੰਦੇ। ਮੈਂ ਨਾ ਉਹ ਮੇਰਾ ਕੀ ਗੱਡਾ ਖੜਾ, ਮੈਂ ਕਿਹੜਾ ਤੁਹਾਡੇ 'ਤੇ ਨਿਰਭਰ ਕਰਦਾ ਵੀ ਹਾਂ ਜੀ ਵੀ ਮੇਰੀ ਕਮਾਈ ਦਾ ਸਾਧਨ ਹੈ, ਇਹ ਘਟ ਨਾ ਜਾਵੇ ਕਿਤੇ। ਜੇ ਤਾਂ ਉਸ ਤਰ੍ਹਾਂ ਹੋਵੇ ਨਾ ਫਿਰ ਤਾਂ ਮੈਂ ਵੀ ਬੜਾ ਮਿੱਠਾ ਬੋਲਿਆ, ਆਓ ਜੀ ਆਓ ਜੀ, ਧੰਨ ਪਾਗ ਚਰਨ ਪਾਏ ਨੇ। ਅਤੇ ਹੁਣ ਮੈਂ ਕਹਿੰਦਾ ਬਾਹਰ ਹੀ ਰਹੋ ਜੀ, ਬਾਹਰ ਬੈਠੋ ਕੁਰਸੀ 'ਤੇ, ਟੈਲੀਫੋਨ 'ਤੇ ਅਰਦਾਸ ਕਰੋ। ਜੇ ਮੈਨੂੰ ਹੁੰਦਾ ਵੀ ਜੇ ਮੈਂ ਬਾਹਰ ਹੀ ਬਿਠਾਤਾ ਅਤੇ ਨਾ 5-10 ਰੁਪਏ ਵੀ ਮੈਨੂੰ ਮੱਥਾ ਨਾ ਟੇਕਿਆ, ਮੈਨੂੰ ਤਾਂ ਆਮਦਨੀ ਕੋਈ ਨਾ ਹੋਈ, ਅਤੇ ਜੇ ਮੈਂ ਅੰਦਰ ਸੱਦਾਂਗਾ ਤਾਂ ਕੋਈ 10-15-20 ਦੇ ਕੇ ਜਾਣਗੇ ਕਿ ਨਹੀਂ। ਇਸ ਲਈ ਅਸੀਂ ਤਾਂ ਸਾਡੀ ਤਾਂ ਡਿਊਟੀ ਲੱਗੀ ਹੋਈ ਹੈ, ਮਹਾਂਪੁਰਖਾਂ ਦੀ ਡਿਊਟੀ ਲਾਈ ਪਈ। ਜਿੰਨਾ ਸਮਾਂ ਜਿਉਣਾ ਤੋ ਇਹਨਾਂ ਨੂੰ ਬਾਣੀ ਨਾਲ ਇਹਨਾਂ ਦੇ ਕਾਰਜ ਰਸ ਕਰਨੇ ਹਨ। ਸੋ ਬਾਣੀ ਪੜ੍ਹ ਲਿਆ ਕਰੋ। ਫਿਰ ਨਹੀਂ ਪਤਾ ਲੱਗਦਾ ਕਾਹਦੇ ਨਾਰਾਜ਼ ਹੋਣਾ, ਆ ਕੇ ਪੁੱਛ ਲਓ। ਹੁਣ ਤਾਂ ਹੋਰ ਵੀ ਤੁਹਾਡੇ ਸਹੂਲਤ ਆਉਣ ਦੀ ਲੋੜ ਹੀ ਨਹੀਂ। 4 ਵਜੇ ਤੋਂ ਲੈ ਕੇ 5 ਵਜੇ ਤੱਕ ਟੈਲੀਫੋਨ 'ਤੇ ਪੁੱਛ ਲਓ। ਹੋਰ ਮੌਜਾਂ ਹੋ ਗਈਆਂ, ਨਾ ਤੁਹਾਡਾ ਕੋਈ ਕਿਰਾਇਆ ਲੱਗੇ, ਨਾ ਗਰਮੀ ਤੁਹਾਨੂੰ ਆਉਣਾ ਪਵੇ, ਨਾ ਕਿਤੇ ਜਾਣਾ ਪਵੇ, ਘਰ ਬੈਠੇ ਕਾਰਜ ਹੋ ਜਾਣਗੇ। ਪਰ ਇਹਨੇ ਬਾਣੀ ਪੜ੍ਹਨੀ ਪਏਗੀ। ਬਸ ਮੈਨੂੰ ਟੈਲੀਫੋਨ ਉਹ ਕਰੇ ਜਿਹੜਾ ਬਾਣੀ ਪੜ੍ਹਨ ਨੂੰ ਤਿਆਰ ਹੈ। ਸੋ ਗੁਰੂ ਮਹਾਰਾਜ ਕਹਿੰਦੇ ਆਪਾਂ ਹੁਣ ਨਿਬੇੜੀਏ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ ਹੈ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਗੁਰੂ ਤੋਂ ਬਿਨਾਂ ਨਾਮ ਦੀ ਕਦਰ ਹੀ ਨਹੀਂ ਲੋਕਾਂ ਨੂੰ ਪਤਾ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ। ਮਾਇਆ ਦੇ 3 ਗੁਣ ਨੇ,
ਮਾਇਆ ਦੇ ਤਿੰਨਾਂ ਰਜੋ ਸਤੋ ਤਮੋ, ਇਹ ਮਾਇਆ ਦੇ ਤਿੰਨਾਂ ਗੁਣਾਂ 'ਚ ਸਾਰਾ ਸੰਸਾਰ ਸੁੱਤਾ ਹੋਇਆ ਹੈ। ਇੱਕ ਤਾਂ ਹੁੰਦਾ ਰਾਤ ਨੂੰ ਆਪਾਂ ਸੌਂਦੇ ਹਾਂ, ਇੱਕ ਤੇ ਉਹ ਹੈ। ਇੱਕ ਸੌਣ ਦਾ ਮਤਲਬ ਹੈ ਕਿ ਰੱਬ ਨੂੰ ਭੁੱਲ ਭੁਲਾ ਗਏ ਹਾਂ। ਕਿਉਂ? ਮਾਇਆ ਜੀ ਲੱਗੇ ਗਏ। ਸੁੱਤਿਆਂ ਰਹਿਣ ਵਿਹਾਣੇ, ਰਹਿਣ ਹੁੰਦੀ ਰਾਤ, ਇੱਥੇ ਭਾਵੇਂ ਜੀਵਨ, ਅਤੇ ਸੁੱਤਿਆਂ ਸਾਰਾ ਜੀਵਨ ਬੀਤ ਗਿਆ। ਮਾਇਆ ਕਮਾਉਂਦੇ ਹੀ ਰਹਿ ਗਏ, ਨਾਮ ਜਪਿਆ ਹੀ ਨਾ। ਗੁਰ ਕਿਰਪਾ ਤੇ ਸੇ ਜਨ ਜਾਗੇ। ਸੇ ਮੈਂ ਕਹਿ ਸੀ ਉਹਦੇ ਬਹੁਵਚਨ ਹੈ। ਸੋ ਇੱਕ ਵਚਨ ਹੁੰਦਾ, ਜੇ ਹੁੰਦਾ ਸੋ ਹੁੰਦਾ, ਫਿਰ ਹੁੰਦਾ ਗੁਰ ਕਿਰਪਾ ਤੇ ਸੋ ਜਨ ਜਾਗਾ, ਫਿਰ ਐਂ ਹੋਣਾ ਸੀ। ਹੁਣ ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰੂ ਦੀ ਕਿਰਪਾ ਨਾਲ ਉਹ ਵਿਅਕਤੀ ਜਾਗ ਪਏ ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਵਸ ਗਿਆ। ਬੋਲੇ ਅੰਮ੍ਰਿਤ ਬਾਣੀ, ਆ ਜਿਹੜੀ ਗੁਰੂ ਦੀ ਬਾਣੀ ਨੂੰ ਅੰਮ੍ਰਿਤ ਬਾਣੀ ਕਿਹਾ ਹੈ। ਅਤੇ ਅੰਮ੍ਰਿਤ ਬਾਣੀ ਪੜ੍ਹਦੇ ਨੇ ਅਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਭਾਵ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਕਿਉਂਕਿ ਉਹਨਾਂ 'ਤੇ ਗੁਰੂ ਦੀ ਕਿਰਪਾ ਹੋ ਗਈ। ਉਹ ਜਾਗ ਪਏ, ਉਹਨਾਂ ਨੂੰ ਸੋਝੀ ਆ ਗਈ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਜਿਨ੍ਹਾਂ ਦੀ ਲਿਵ ਪਰਮਾਤਮਾ ਨਾਲ ਲੱਗ ਗਈ, ਉਹਨਾਂ ਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ। ਤਤ ਨਾ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਦੀ ਦਿਨ ਰਾਤ ਪਰਮਾਤਮਾ ਨਾਲ ਲਿਵ ਲੱਗ ਗਈ। ਜਾਗਤ ਰਹਿਣ ਵਿਹਾਣੀ, ਹਾਂ ਉਹਨਾਂ ਦਾ ਫਿਰ ਜੀਵਨ ਜਾਗਦਿਆਂ ਲੰਘਦਾ। ਪਾਪ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਉਹ ਆਪਣਾ ਸਾਰਾ ਜੀਵਨ ਬਤੀਤ ਕਰਦੇ ਹਨ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।